ਇਹ ਗੱਲ ਹੈਗੀ ਆ, NGO ਨਹੀਂ ਸੀਗੇ ਉਹ, ਕੋਈ ਟਰੈਵਲਿੰਗ ਏਜੰਸੀਆਂ ਹੀ ਸੀਗੀਆਂ। ਕੈਨੇਡਾ ਗਵਰਨਮੈਂਟ ਨਾਲ ਉਹਨਾਂ ਦਾ ਕੋਈ ਤਾਲਮੇਲ ਨਹੀਂ। ਉਸ ਤੋਂ ਬਾਅਦ ਉਹਨਾਂ ਨੂੰ ਕੋਈ ਕਿਤੇ ਪਰਮਿਸ਼ਨ ਨਹੀਂ, ਕਿਤੇ ਕੋਈ ਲੈਟਰ ਨਹੀਂ, ਕੋਈ ਟਿਕਟ ਨਹੀਂ ਰੱਖੀ। ਉਹ ਕੈਨੇਡਾ ਗਵਰਨਮੈਂਟ ਦੀ ਕੋਈ ਇਨਵੋਲਵਮੈਂਟ ਨਹੀਂ ਹੈ। ਇਹ ਏਜੰਸੀਆਂ ਜਿਹੜੀਆਂ ਕਰ ਰਹੀ ਆ, ਜਿਹੜੀ ਕੁਝ ਪ੍ਰਾਈਜ਼ ਰੱਖੀ ਸੀ ਉਹਨਾਂ ਨੇ, ਕਹਿੰਦੇ ਜੀ ਮਿਲ ਕੇ ਕੁਝ ਕੈਨੇਡੀਅਨਸ NGO ਕੁਝ ਇੰਡੀਆ ਦੇ ਵਿੱਚ ਰਹਿ ਕੇ ਉਹਨਾਂ ਨੇ ਇਕੱਠਾ ਇੱਕ ਉਪਰਾਲਾ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਵੀ $2,000 ਦੀ ਟਿਕਟ, ਔਰ ਕੋਈ ਜਰਮਨ ਕੰਪਨੀ ਸੀ ਉਹਨਾਂ ਨਾਲ ਟਾਈ ਅਪ ਕਰਕੇ ਉਹਨਾਂ ਨੇ ਕਿਹਾ ਸੀ ਅਸੀਂ ਫਲਾਈਟਾਂ ਸਿੱਧੀਆਂ ਚਲਾਵਾਂਗੇ। ਪਰਮਾਨੈਂਟ ਰੈਜ਼ੀਡੈਂਟ ਜਿਹੜੇ ਉਹ ਫੀਲ ਕਰਦੇ ਆ ਕਿ ਸ਼ਾਇਦ ਸਾਨੂੰ ਇਗਨੋਰ ਕੀਤਾ ਜਾਂਦਾ ਨਹੀਂ, ਪਰ ਜਿਹੜੀਆਂ ਵਿੱਚ ਥਰਡ ਪਾਰਟੀਆਂ ਇਨਵੋਲਵ ਕੀਤੀਆਂ ਉਹਨਾਂ 'ਚੋਂ ਹੋਰ ਕਈ ਨਿਕਲ ਆਈਆਂ ਥਰਡ ਪਾਰਟੀਆਂ ਜਿਹੜੀਆਂ ਕੋਸ਼ਿਸ਼ ਕਰਦੀਆਂ ਸੀ ਕਿ ਅਸੀਂ ਵੀ ਕਰ ਲਈਏ ਕੁਛ, ਕਿਉਂਕਿ ਵਿੱਚ ਕਈ ਹੋਰ ਐਵੇਂ ਇੱਧਰ ਉੱਧਰ ਦੀਆਂ ਏਜੰਸੀਆਂ ਵਿੱਚ ਆ ਕੇ ਦੌੜ ਕੇ ਵਿੱਚ ਵੜ ਗਈਆਂ ਸੀ। ਪ੍ਰਾਈਮ ਮਿਨਿਸਟਰ ਸਾਹਿਬ ਨੇ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਕਿ ਤੁਹਾਡਾ ਬਾਹਰ ਕੋਈ ਕੰਮ ਨਹੀਂ, ਛੇਤੀ ਆਪਣੇ ਤਰੀਕੇ ਨਾਲ ਜਿੱਦਣ ਆ ਜਾਓ, ਜੇ ਕਿਤੇ ਹੈਗੇ ਤਾਂ ਮੈਨੂੰ ਵੀ ਜ਼ਰੂਰ ਭੇਜਿਓ ਉਹਦੀ ਈਮੇਲ ਕਰਕੇ ਕਿ ਉਹਨਾਂ ਦੇ ਕੋਲ ਪਰਮਿਸ਼ਨ ਸੀਗੀ ਕੋਈ ਕਿ ਉਹਨਾਂ ਨੂੰ ਨਾ ਕਰਤੀ ਐਂਟੀ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਜੀ। ਅੱਜ ਅਸੀਂ ਬਰੈਂਪਟਨ ਸੈਂਟਰ ਤੋਂ MP ਰਮੇਸ਼ਵਰ ਸੰਘਾ ਸਾਹਿਬ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਜੀ। ਉਹਨਾਂ ਤੋਂ ਪੁੱਛਾਂਗੇ ਕੈਨੇਡਾ ਦੇ ਮੌਜੂਦਾ ਜਿਹੜੇ ਹਾਲਾਤ ਨੇ COVID-19 ਨੂੰ ਲੈ ਕੇ, ਕਿਸ ਤਰ੍ਹਾਂ ਦੀ ਸਥਿਤੀ ਚੱਲ ਰਹੀ ਹੈ, ਔਰ ਜਿਹੜੀਆਂ ਫਲਾਈਟਾਂ ਆ ਜਾ ਰਹੀਆਂ ਉਹਦੇ ਬਾਰੇ ਅਸੀਂ ਜਾਣਕਾਰੀ ਲਵਾਂਗੇ। ਸੰਘਾ ਸਾਹਿਬ, ਡੇਲੀ ਪੋਸਟ ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਗਰੇਵਾਲ ਸਾਹਿਬ, ਤੁਹਾਨੂੰ, ਤੁਹਾਡੀ ਸਾਰੀ ਟੀਮ ਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੰਘਾ ਸਾਹਿਬ, ਸਭ ਤੋਂ ਪਹਿਲਾਂ ਤਾਂ ਜੀ ਇਹ ਜਿਹੜੀ ਕਰੋਨਾ ਮਹਾਮਾਰੀ ਚੱਲ ਰਹੀ ਹੈ ਇਹਦੇ ਬਾਰੇ ਜਾਣਕਾਰੀ ਦਿਓ। ਕਿਸ ਤਰ੍ਹਾਂ ਦੀ ਸਥਿਤੀ ਹੈ ਜੀ ਅੱਜ ਦੇ ਟਾਈਮ 'ਚ ਕੈਨੇਡਾ ਦੇ ਵਿੱਚ? ਕਰੋਨਾ ਦੇਖੋ ਵਰਲਡ ਵਾਈਡ ਸਾਰੇ ਦੁਨੀਆ ਦੇ ਉੱਤੇ ਇਹਦਾ ਤਾਂ ਮਹਾਮਾਰੀ ਚੱਲ ਰਹੀ ਹੈ ਜੀ। ਇਹਦਾ ਕੋਈ ਖਤਰਨਾਕ ਬਿਮਾਰੀ ਹੈ, ਕੋਈ ਛੋਟੀ ਜਿਹੀ ਗੱਲ ਤੇ ਹੈ ਨਹੀਂ। ਇਹ ਹੈ ਤੇ ਬਹੁਤ ਵੱਡੀ ਹੈ ਇਹ, ਤੇ ਕੈਨੇਡਾ ਨੇ ਇਹਨੂੰ ਬੜਾ ਸੀਰੀਅਸ ਲਿਆ, ਔਰ ਕੈਨੇਡਾ ਦੇ ਸਾਰੇ ਕੈਨੇਡੀਅਨਸ ਨੇ ਵੀ ਬੜਾ ਸੀਰੀਅਸ ਲਿਆ ਜੀ ਇਸ ਗੱਲ ਨੂੰ। ਔਰ ਸਾਡੇ ਇਸ ਵੇਲੇ ਦੇਖਿਆ ਜਾਵੇ ਅੱਜ ਦੇ ਦਿਨ ਦੇ ਵਿੱਚ ਅਸੀਂ ਇਹ ਤੋਂ ਥੋੜੀ ਜਿਹੀ ਹਾਲਤ ਵਿੱਚ ਨਿਜਾਤ ਪਾ ਚੁੱਕੇ ਆ। ਥੋੜਾ ਜਿਹਾ ਇਹ ਤੇ ਕੰਟਰੋਲ ਸਾਡਾ ਹੈਗਾ ਜੀ। ਤੇ ਜਿਹੜੇ ਸਾਡੇ ਐਕਸਪਰਟ ਹੈਗੇ, ਮੈਡੀਕਲਸ ਐਂਡ ਡਾਕਟਰ ਐਕਸਪਰਟਸ ਐਂਡ ਜਿਹੜੇ ਸਾਇੰਸਦਾਨ ਆ, ਜਾਂ ਸਾਡੇ ਡਾਟੇ ਵੀ ਦੱਸ ਰਹੇ ਆ ਸਾਨੂੰ, ਜਿਹੜਾ ਐਵੀਡੈਂਸ ਹੈਗਾ ਕਿ ਅਸੀਂ ਕਾਫੀ ਇਹਦੇ ਤੇ ਹੁਣ ਠੀਕ ਤਰ੍ਹਾਂ ਹੋ ਰਿਹਾ ਕੰਟਰੋਲ, ਤੇ ਲੱਗਦਾ ਇਹਦੇ ਵਿੱਚ ਅਸੀਂ ਇਹਨੂੰ ਠੀਕ ਕਰ ਲਾਂਗੇ। ਕਾਫੀ ਸਾਰੇ ਬਿਜ਼ਨੈਸਿਸ ਸ਼ੁਰੂ ਕਰ ਦਿੱਤੇ ਗਏ ਆ, ਮੇਜਰ ਬਿਜ਼ਨੈਸ ਜਿਹੜੇ ਆ। ਪਹਿਲਾਂ ਸਿਰਫ ਐਸੈਂਸ਼ੀਅਲ ਬਿਜ਼ਨਸ ਸਾਡੇ ਚੱਲਦੇ ਸੀ, ਬਾਕੀ ਸਭ ਬੰਦ ਸੀਗਾ। ਹੁਣ ਅਸੀਂ ਕਾਫੀ ਸਾਰੇ ਛੋਟਾ ਸਿਟੀ ਲੈਵਲ ਤੇ, ਪ੍ਰੋਵਿੰਸ ਲੈਵਲ ਦੇ ਉੱਤੇ, ਸਟੇਟ ਲੈਵਲ ਦੇ ਉੱਤੇ ਹੋ ਗਈਆਂ ਆ, ਜਿਹਦੇ ਨਾਲ ਕਿ ਅਸੀਂ ਆਪਣਾ ਕਾਫੀ ਜ਼ਿੰਦਗੀ ਜਿਹੜੀ ਆ ਚੱਲ ਪਈ ਆ, ਤੇ ਲੋਕ ਆਪਣੇ ਬਾਹਰ ਨਿਕਲ ਪਏ ਆ। ਉਹਨਾਂ ਨੂੰ ਜਾਣ ਦੀ ਖੁੱਲ੍ਹ ਹੈਗੀ ਆ, ਓਨਲੀ ਕਿ ਸੋਸ਼ਲ ਡਿਸਟੈਂਸ ਤੁਸੀਂ ਮੇਨਟੇਨ ਕਰਨਾ। ਤੁਸੀਂ ਕਈ ਪਾਰਕ, ਕਈ ਐਕਸਰਸਾਈਜ਼ ਕਰਨ ਲਈ ਜਗ੍ਹਾ, ਹੋਰ ਵੀ ਕਈ ਅਦਾਰਿਆਂ ਦੇ ਖੁੱਲ ਚੁੱਕੇ ਜਿੱਥੇ ਉਹ ਜਾ ਸਕਦੇ। ਤੇ ਇਹਦੇ ਵਿੱਚ ਜੀ ਜੇ ਗੱਲ ਕੀਤੀ ਜਾਵੇ, ਜਿਵੇਂ ਤੁਸੀਂ ਕਿਹਾ ਵੀ ਕਈ ਬਿਜ਼ਨੈਸਿਸ ਖੁੱਲ੍ਹ ਗਏ ਨੇ, ਦੂਸਰੇ ਇਹਦੇ ਵਿੱਚ ਜਿਵੇਂ ਮਾਲ ਵਗੈਰਾ ਨੇ, ਜਿਵੇਂ ਇੱਥੇ ਵੀ ਕਿਹਾ ਜਾਂਦਾ ਇੰਡੀਆ ਦੇ ਵਿੱਚ ਜਾਂ ਵਰਲਡ ਦੇ ਵਿੱਚ ਕਾਫੀ ਉਹਨਾਂ ਨੇ ਕਿਹਾ ਵੀ ਸੇਫ ਡਿਸਟੈਂਸ ਦੇ ਵਿੱਚ ਰਹਿ ਕੇ, 1-2 ਮੀਟਰ ਦੀ ਦੂਰੀ ਦੇ ਵਿੱਚ ਜਿੱਥੇ ਭਾਰੀ ਇਕੱਠ ਦੇਖਣ ਨੂੰ ਮਿਲਦਾ ਉਹਨਾਂ ਨੂੰ ਹਾਲੇ ਤੱਕ, ਚਾਹੇ ਉਹ ਥੀਏਟਰਸ ਹੋਣ ਚਾਹੇ ਮਾਲਸ ਹੋਣ, ਇੱਥੇ ਕਿਸ ਤਰ੍ਹਾਂ ਦਾ ਮਤਲਬ ਇਹ ਵੀ ਖੁੱਲ੍ਹ ਗਏ ਕਿ ਨਹੀਂ? ਇਹਨੂੰ ਹਾਲੇ ਟਾਈਮ ਆ ਜੀ? ਨਹੀਂ ਜੀ, ਇਹਨੂੰ ਹਾਲੇ ਟਾਈਮ ਲੱਗੂਗਾ। ਇਹ ਸਿਰਫ ਜਿਹੜੇ ਬਹੁਤ ਜ਼ਰੂਰੀ ਵੱਡੇ ਬਿਜ਼ਨਸ ਜਿੱਦਾਂ ਹੈਗੇ ਆ, ਜਿਹਨਾਂ ਨੂੰ ਵੱਡੇ ਤਾਂ ਨਹੀਂ, ਛੋਟੇ ਵੀ ਸਾਰੇ ਵਿੱਚ ਆ ਜਾਂਦੇ ਆ, ਉਹ ਬਿਜ਼ਨਸ ਜਿਹੜੇ ਕਿ ਆਮ ਇੱਕ ਟ੍ਰਾਇਲ ਬੇਸਿਸ ਹੈ ਜੀ। ਇਹ ਕੋਵਿਡ ਇਹ ਤਾਂ ਹੈ ਨਹੀਂ ਗਾ ਕਿ ਇਹ ਆਪਾਂ ਸਾਰਿਆਂ ਨੂੰ ਪਤਾ ਇਹਦੇ ਨਾਲ ਕਿੱਦਾਂ ਜੂਝਣਾ। ਸਭ ਤੇ ਸਾਹਮਣੇ ਨਵੇਂ ਤਰ੍ਹਾਂ ਸਿੱਖਿਆ ਹੀ ਆ। ਹਰ ਇੱਕ ਗਵਰਨਮੈਂਟ, ਹਰ ਇੱਕ ਸਾਰੀ ਦੁਨੀਆ ਦੇ ਉੱਤੇ ਇਹ ਲਰਨਿੰਗ ਐਕਸਪੀਰੀਅੰਸ ਹੈ ਸਭ ਦਾ। ਇਹਨੂੰ ਹੌਲੀ ਹੌਲੀ ਲੈ ਕੇ, ਪੁਆਇੰਟ ਬਾਈ ਪੁਆਇੰਟ ਇਹਨੂੰ ਵਾਚ ਕਰਕੇ ਇਹਨੂੰ ਹਰ ਤਰ੍ਹਾਂ ਦੇਖਿਆ ਜਾਂਦਾ। ਗਵਰਨਮੈਂਟ ਆਪਣੇ ਆਪ ਕੋਈ ਸਟੈਪ ਨਹੀਂ ਲੈਂਦੀ ਜਿੰਨਾ ਚਿਰ ਉਹਨੂੰ ਐਕਸਪਰਟ ਜਿਹੜੇ ਆ ਉਹ ਦੱਸਦੇ ਨਹੀਂ ਕਿ ਕੀ ਕਰਨਾ, ਤੁਸੀਂ ਕਿੱਦਾਂ ਕਰਨਾ। ਇਸੇ ਤਰ੍ਹਾਂ ਪ੍ਰੋਵਿੰਸ਼ੀਅਲ ਗਵਰਨਮੈਂਟ, ਸਿਟੀ ਗਵਰਨਮੈਂਟ, ਇਹ ਸਾਰੇ ਆਪਣੇ ਤੌਰ ਤੇ ਉਦੋਂ ਹੀ ਸਟੈਪ ਲੈਂਦੇ ਆ ਜਦੋਂ ਇਹਨਾਂ ਨੂੰ ਐਕਸਪਰਟਸ ਜਿਹੜੇ ਆ ਆਪਣੇ ਡਾਟਿਆਂ ਦੇ ਮੁਤਾਬਕ ਉਹਨਾਂ ਨੂੰ ਸਲਾਹ ਦਿੰਦੇ ਆ। ਇਹ ਬਹੁਤ ਜ਼ਰੂਰੀ ਹੈ ਜੀ ਇਸ ਚੀਜ਼ ਨੂੰ। ਇੱਥੇ ਤਾਂ ਮੈਂ ਦੇਖਿਆ ਜਿੰਨੇ ਵੀ ਕੈਨੇਡੀਅਨਸ ਹੈਗੇ ਆ, ਘਰਾਂ ਦੇ ਵਿੱਚ ਵੀ ਬਹੁਤ ਲੋਕਾਂ ਨੇ ਇਹਦੇ ਬਾਰੇ ਇਤਿਆਦ ਰੱਖੀ ਆ। ਇਹੀ ਕਾਰਨ ਆ ਕਿ ਇੱਥੇ ਛੇਤੀ ਦੇਣੀ ਕੰਟਰੋਲ ਹੋ ਸਕਿਆ। ਪਬਲਿਕ ਦਾ ਬਹੁਤ ਸਾਥ ਰਿਹਾ। ਮੈਂ ਵੀ ਦੇਖਦਾ ਇੰਡੀਆ ਦੇ ਵਿੱਚ ਵੀ ਸੁਣਦੇ ਆ, ਜਿੱਦਾਂ ਆਮ ਦੇਖੀਦਾ ਕਿ ਇੰਡੀਆ 'ਚ ਵੀ ਕਾਫੀ ਇਹਦਾ ਸਾਥ ਰਿਹਾ ਪਬਲਿਕ ਦਾ, ਔਰ ਪਬਲਿਕ ਨੇ ਨਾਲ ਸਾਥ ਦਿੱਤਾ ਤੇ ਕਾਫੀ ਕੰਟਰੋਲ ਵੀ ਹੈਗਾ ਆ। ਬਹੁਤ ਚੰਗਾ ਲੱਗਦਾ ਏਦਾਂ ਕਿ ਥੋੜਾ ਜਿਹਾ
ਹਿਸਾਬ ਦੇ ਨਾਲ ਚੱਲ ਰਹੀ ਆ ਗੱਲ ਸਾਰੀ ਉੱਥੇ ਵੀ। ਸੰਘਾ ਸਾਹਿਬ, ਜੇ ਸਕੂਲਾਂ ਨੂੰ ਲੈ ਕੇ ਗੱਲ ਕੀਤੀ ਜਾਵੇ ਜੀ, ਇਹ ਜਿਹੜੇ ਸਕੂਲ ਦੇ ਵਿੱਚ ਜਿਵੇਂ ਸਟੱਡੀ ਬੱਚਿਆਂ ਦੀ ਹੋਵੇ, ਚਾਹੇ ਵੱਡੀਆਂ ਕਲਾਸਾਂ ਹੋਣ ਛੋਟੀਆਂ, ਚਾਹੇ ਇੰਟਰਨੈਸ਼ਨਲ ਸਟੂਡੈਂਟ ਹੋਣ, ਇਹਨੂੰ ਲੈ ਕੇ ਕਿੱਦਾਂ ਕਦੇ ਮਤਲਬ ਇਹ ਕਦੋਂ ਤੱਕ ਖੁੱਲਣ ਦੀ ਉਮੀਦ ਹੈ ਜੀ? ਦੇਖੋ ਜੀ, ਇਹ ਵੀ ਫਿਰ ਉੱਥੇ ਹੀ ਗੱਲ ਆ ਜਾਂਦੀ ਹੈ ਜੀ। ਐਕਸਪਰਟ ਜਿਹੜੇ ਆ ਉਹ ਦੱਸਣਗੇ। ਆਮ ਨੋਟ ਦਾ ਐਕਸਪਰਟ, ਨਾ ਮੈਂ ਡਾਕਟਰ ਆ, ਨਾ ਮੈਂ ਐਕਸਪਰਟ ਆ, ਨਾ ਮੈਨੂੰ ਪਤਾ, ਪਰ ਅੰਦਾਜ਼ਾ ਜਿਹੜਾ ਲੱਗ ਸਕਦਾ ਉਹ ਇਹ ਹੈ ਜੀ। ਇਹ ਕੈਨੇਡਾ ਦੇ ਵਿੱਚ ਇੱਕ ਸਟੇਟ ਹੈਗੀ ਕੁਬੈਕ, ਉਹਨਾਂ ਨੇ ਅੱਜ ਤੋਂ ਛੋਟੇ ਬੱਚਿਆਂ ਦੇ ਸਕੂਲ ਆਲਰੇਡੀ ਟ੍ਰਾਇਲ ਬੇਸ ਤੇ ਸ਼ੁਰੂ ਕਰ ਦਿੱਤੇ ਆ ਜੀ। ਉਹ ਵੀ ਕੰਪਲਸਰੀ ਨਹੀਂ, ਜਿਹੜੇ ਪੇਰੈਂਟਸ ਚਾਹੁੰਦੇ ਆ ਕਿ ਸਾਡੇ ਬੱਚੇ ਨਹੀਂ ਅਸੀਂ ਭੇਜਣੇ ਉਹ ਨਾ ਭੇਜਣ, ਪਰ ਫਿਰ ਵੀ ਉੱਥੇ 60% ਉੱਤੇ ਬੱਚੇ ਜਿਹੜੇ ਆ ਉਹ ਆ ਰਹੇ ਆ। ਪੂਰੀਆਂ ਹਥਿਆਰਾਂ ਰੱਖੀਆਂ ਜਾ ਰਹੀਆਂ, ਪੂਰੇ ਕੰਟਰੋਲ ਰੱਖ ਕੇ ਕੀਤਾ ਜਾ ਰਿਹਾ ਕੰਮ, ਪੂਰੇ ਹਿਸਾਬ ਨਾਲ ਹੋ ਰਿਹਾ। ਅੱਜ ਪਹਿਲਾ ਦਿਨ ਆ ਜੀ, ਮੈਂ ਹੁਣ ਟੀਵੀ ਦੇਖਦਾ ਸੀ ਥੋੜੀ ਦੇਰ ਪਹਿਲੇ, ਤੇ ਬੱਚੇ ਸਕੂਲ ਜਾ ਰਹੇ ਸੀ, ਬੜੇ ਖੁਸ਼ ਸੀਗੇ ਬੱਚੇ ਕਿ ਉਹ ਵੀ ਬੰਦ ਸੀ ਇੰਨੇ ਦਿਨਾਂ ਤੋਂ, ਤਾਂ ਉਹਨਾਂ ਨੂੰ ਹੁਣ ਮੌਕਾ ਮਿਲਿਆ ਅੱਜ ਸਕੂਲੇ ਜਾਣ ਦਾ। ਗਰਾਊਂਡਾਂ ਵਿੱਚ ਖੇਲਣਗੇ ਤੇ ਆਪਣੇ ਬੱਚਿਆਂ ਦੇ ਨਾਲ ਸਾਥ ਬਾਕੀਆਂ ਦੇ ਨਾਲ ਵੀ ਰਹਿਣਗੇ। ਤੇ ਇਹ ਦੇਖੋ ਜੀ, ਇਹਦੇ ਵਿੱਚ ਲੋੜ ਆ ਇਤਿਹਾਦ ਦੀ। ਗਰੇਵਾਲ ਸਾਹਿਬ, ਜਿਹੜੀ ਅੱਜ ਦੇ ਦਿਨ ਦੇ ਵਿੱਚ ਹੈਗੀ ਆ ਬਹੁਤ ਜੋ ਲੋੜ, ਉਹ ਹੈਗੀ ਇਤਿਹਾਦ ਰੱਖਣ ਦੀ ਜੀ। ਆਪਾਂ ਕਿੱਦਾਂ ਧਿਆਨ ਰੱਖਣਾ, ਜਿੱਦਾਂ ਕਹਿੰਦੇ ਐਕਸਪਰਟ ਉਹਨਾਂ ਦੇ ਹਿਸਾਬ ਨਾਲ ਚੱਲਣਾ। ਹਰ ਇੱਕ ਦਾ ਆਪਣਾ ਆਪਣਾ ਵਿਚਾਰ ਕੋਈ ਨਹੀਂ ਹੋਣਾ ਚਾਹੀਦਾ, ਸਿਰਫ ਉਹਨਾਂ ਨੂੰ ਸੁਣਨਾ ਚਾਹੀਦਾ ਜਿਨ੍ਹਾਂ ਕੋਲ ਨੌਲੇਜ ਹੈਗੀ ਇਸ ਗੱਲ ਦੀ, ਜਿਨ੍ਹਾਂ ਨੂੰ ਪਤਾ ਆ ਇਸ ਗੱਲ ਦਾ, ਉਹ ਦੱਸਦੇ ਆ ਫਿਰ ਜੀ ਉਹਦੇ ਹਿਸਾਬ ਨਾਲ ਚੱਲਦਾ। ਔਰ ਸਕੂਲ, ਜਿੱਦਾਂ ਤੁਸੀਂ ਮੈਨੂੰ ਕੁਐਸਚਨ ਕੀਤਾ, ਇਹ ਵੀ ਟ੍ਰਾਇਲ ਬੇਸ ਤੇ ਹੌਲੀ 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 ਇੱਥੇ ਥੋੜੀ ਦੇਰ ਤੱਕ ਸ਼ਾਇਦ ਲੱਗਦਾ ਹੈ ਕਿ ਇੱਧਰ ਨੂੰ ਵੀ ਚੱਲਿਆ ਜਾਊਗਾ। ਪ੍ਰੋਵਿੰਸ ਸੋਚਣਗੇ, ਕਿਉਂਕਿ ਪ੍ਰੋਵਿੰਸ ਦੇ ਦਾਇਰੇ ਵਿੱਚ ਇਹ ਕਿ ਸਕੂਲ ਕਦੋਂ ਖੋਲਣੇ ਕਦੋਂ ਨਹੀਂ ਖੋਲਣੇ, ਫੈਡਰਲ ਦਾ ਇਹਦੇ ਨਾਲ ਕੋਈ ਲਿੰਕ ਨਹੀਂ ਹੈ। ਤੇ ਇਸ ਕਰਕੇ ਇਹ ਵੀ ਲੱਗਦਾ ਕਿ ਪ੍ਰੋਵਿੰਸ ਛੇਤੀ ਇੱਥੇ ਗੌਰ ਕਰੂਗੀ। ਜਿੱਥੇ ਜੀ ਕੈਨੇਡੀਅਨ ਗਵਰਨਮੈਂਟ ਨੇ ਕੈਨੇਡੀਅਨਸ ਲਈ ਬੜੀਆਂ ਸਹੂਲਤਾਂ ਦਿੱਤੀਆਂ ਜੀ ਇਸ ਕੋਵਿਡ-19 ਦੇ ਵਿੱਚ, ਚਾਹੇ ਉਹ ਘਰਾਂ 'ਚ ਬੈਠੇ ਜੌਬਲੈਸ ਹੋ ਗਏ ਹੋਣ, ਜਾਂ ਕੋਈ NRI ਕਿਤੇ ਸਟਕ ਹੋ ਗਿਆ ਹੋਵੇ, ਕਿਤੇ ਫਸਿਆ ਹੋਵੇ ਆਊਟ ਆਫ ਕੈਨੇਡਾ ਦੇ ਵਿੱਚ, ਉਹਨਾਂ ਨੂੰ ਵੀ ਬੜੀ ਹੈਲਪ ਦਿੱਤੀ ਆ। ਉੱਥੇ ਮੈਂ ਇਹ ਗੱਲ ਕਰਨਾ ਜੀ, ਜਿਹੜੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕੈਨੇਡੀਅਨਸ ਸਟਕ ਹੋ ਕੇ ਫਸ ਕੇ ਰਹਿ ਗਏ ਜੀ ਇਸ ਕੋਵਿਡ-19 ਦੇ ਵਿੱਚ ਚੱਲਦੇ, ਕੁਝ ਫਲਾਈਟਾਂ ਸਟਾਰਟ ਹੋਈਆਂ ਸੀ ਜੀ, ਉਹਦੇ ਬਾਰੇ ਕੋਈ ਜਾਣਕਾਰੀ ਦਿਓ ਤਾਂ ਕਿ ਇੱਥੇ ਜਿਹੜੇ ਰਹਿੰਦੇ ਬੰਦੇ ਜਿਨ੍ਹਾਂ ਨੂੰ ਹਲੇ ਪੈਂਡਿੰਗ ਆ ਰਜਿਸਟ੍ਰੇਸ਼ਨ ਕਰਾਈ ਹੋਈ ਆ ਜੀ, ਪਰ ਉਹ ਕਿਤੇ ਨਾ ਕਿਤੇ ਵਰੀਡ ਆ ਵੀ ਸਾਡੀ ਵਾਰੀ ਕਦੋਂ ਤੱਕ ਆਏਗੀ, ਉਹਦੇ ਬਾਰੇ ਕੁਝ ਦੱਸੋ ਜੀ। ਦੇਖੋ ਜੀ, ਜਿਹੜਾ ਤਾਂ ਕੈਨੇਡਾ ਦੇ ਵਿੱਚ ਕੈਨੇਡੀਅਨਸ ਦੀ ਹੈਲਪ ਕਰਨ ਦਾ ਗਵਰਨਮੈਂਟ ਦਾ ਤੁਸੀਂ ਜ਼ਿਕਰ ਕੀਤਾ, ਉਹ ਤੇ ਗਵਰਨਮੈਂਟ ਦੀ ਡਿਊਟੀ ਬਣਦੀ ਹੈ ਜੀ ਕੈਨੇਡੀਅਨਸ ਦਾ ਖਿਆਲ ਰੱਖਣਾ, ਔਰ ਇਹੋ ਜਿਹੇ ਔਖੇ ਮੌਕੇ ਤੇ ਉਹਨਾਂ ਦੀ ਬੈਕ ਤੇ ਖੜੇ ਹੋਣਾ ਤੇ ਉਹਨਾਂ ਨੂੰ ਕਹਿਣਾ ਕਿ ਅਸੀਂ ਤੁਹਾਡੇ ਨਾਲ ਆ। ਕਿ ਇੱਕ ਖਾਸ ਤੌਰ ਤੇ ਲੋੜ ਆ ਕੈਨੇਡੀਅਨਸ ਤੇ ਕੈਨੇਡੀਅਨ ਬਿਜ਼ਨੈਸ ਜਿੰਨੇ ਹੈਗੇ ਆ ਉਹਨਾਂ ਨੂੰ ਸਪੋਰਟ ਕਰਨ ਦੀ, ਤੇ ਉਹਦੇ ਵਾਸਤੇ ਗਵਰਨਮੈਂਟ, ਫੈਡਰਲ ਗਵਰਨਮੈਂਟ ਪੂਰੀ ਤਤਪਰ ਆ, ਪੂਰਾ ਆਪਣੇ ਹਿਸਾਬ ਨਾਲ ਠੀਕ ਕਰ ਰਹੀ ਆ, ਚੱਲ ਰਿਹਾ ਆ। ਦੇਖੋ, ਲੱਗਦਾ ਕਿ ਕੋਈ ਵੀ ਇਹਦੇ ਵਿੱਚ ਪ੍ਰੋਬਲਮ ਨਹੀਂ ਆਊਗੀ। ਕਾਫੀ ਅੜਚਣਾਂ ਆਉਂਦੀਆਂ ਹੁੰਦੀਆਂ, ਇਹ ਨਵੇਂ ਕੰਮ ਆ, ਨਵਾਂ ਚੀਜ਼ਾਂ ਸਾਰੀਆਂ, ਪਰ ਕਾਫੀ ਕੰਟਰੋਲ ਇੱਥੇ ਹੋ ਗਿਆ ਔਰ ਲੋਕਾਂ ਨੂੰ ਇਹਦੇ ਵਿੱਚ ਬੈਨੀਫਿਟ ਵੀ ਪੂਰੇ ਮਿਲ ਰਹੇ ਆ। ਲੋਕੀ ਹੁਣ ਹੌਲੀ ਹੌਲੀ ਜਦੋਂ ਕੰਮਾਂ ਤੇ ਜਾਂਦੇ ਆ, ਇੱਧਰੋਂ ਬੈਨੀਫਿਟ ਲੈਣੇ ਬੰਦ ਕਰ ਦਿੰਦੇ ਆ ਆਪਣੇ ਆਪ ਹੀ, ਤੇ ਕਿਉਂਕਿ ਉਹਨਾਂ ਨੂੰ ਉੱਧਰੋਂ ਜ਼ਿਆਦਾ ਮਿਲਦੇ ਆ। ਇਸ ਕਰਕੇ ਇਹ ਜਿਹੜਾ ਸੀ ਤਾਂ ਕੰਮ ਚਲਾਊ ਸੀ ਨਾ, ਫਿਰ ਥੋੜੇ ਜਿੰਨੇ ਕੁ ਦਿਨ ਹੈਗੇ ਆ, ਪਰ ਫਿਰ ਵੀ ਲੋਕਾਂ ਕੋਲ ਇਹ 4 ਵੀਕ ਦਾ ਹੈਗਾ, ਪਰ ਲੋਕਾਂ 4 ਮਹੀਨਿਆਂ ਦਾ ਵਾਸਤੇ ਹੈਗਾ, ਪਰ ਲੋਕਾਂ ਨੇ ਮਹੀਨਾ 2 ਮਹੀਨੇ ਲਿਆ, ਹੁਣ ਹੌਲੀ ਹੌਲੀ ਕੰਮਾਂ ਤੇ ਜਾਣ ਲੱਗ ਪਏ। ਜਿਹੜੇ ਨਹੀਂ ਜਾਣਗੇ, ਪ੍ਰੈਫਰ ਕਰਨਗੇ ਕਿ ਅਸੀਂ ਨਹੀਂ ਜਾਣਾ, ਉਹ ਇੰਨੇ 'ਚ ਵੀ ਗੁਜ਼ਾਰਾ ਕਰਕੇ ਘਰ ਰਹਿ ਕੇ ਆਪਣਾ ਸੋਚ ਲੈਣਗੇ। ਪਰ ਜਿਹੜਾ ਤੁਸੀਂ ਫਲਾਈਟਾਂ ਦੀ ਗੱਲ ਕੀਤੀ ਹੈ ਜੀ, ਫਲਾਈਟ ਤਾਂ ਚੌਥਾ ਇਸ ਵੇਲੇ ਫੇਸ ਚੱਲ ਰਿਹਾ ਜੀ। 3 ਫੇਸ ਆਲਰੇਡੀ ਸਟਾਰਟ ਹੋ ਗਿਆ। ਪਹਿਲੇ ਫੇਸ ਦੇ ਵਿੱਚ ਜ਼ਰੂਰ ਥੋੜੀ ਦਿੱਕਤ ਆਈ ਸੀ, ਕਿਉਂਕਿ ਵਿੱਚ ਕਈ ਹੋਰ ਐਵੇਂ ਇੱਧਰ ਉੱਧਰ ਦੀਆਂ ਏਜੰਸੀਆਂ ਵਿੱਚ ਆ ਕੇ ਦੌੜ ਕੇ ਵਿੱਚ ਵੜ ਗਈਆਂ ਸੀ, ਜਿਹੜੀਆਂ ਚਾਹੁੰਦੀਆਂ ਸੀ ਕਿ ਅਸੀਂ ਵੀ ਆਪਣਾ ਕੰਟਰੋਲ ਕਰਕੇ ਸਾਡੇ ਵੱਲੋਂ ਵੀ ਫਲਾਈਟਾਂ ਜਾਣ ਲੱਗ ਪੈਣ। ਕੈਨੇਡਾ ਗਵਰਨਮੈਂਟ ਨੇ ਆਪਣੇ ਕੰਟਰੋਲ ਤੋਂ, ਇੰਡੀਆ ਗਵਰਨਮੈਂਟ ਦੇ ਕੰਟਰੋਲ ਦੇ ਨਾਲ ਇਹ ਕੰਮ ਸ਼ੁਰੂ ਕੀਤਾ ਸੀ ਕਿ ਤੀਜੀ ਸੀ UK ਗਵਰਨਮੈਂਟ। ਤਿੰਨਾਂ ਗਵਰਨਮੈਂਟਾਂ ਦਾ ਤਾਲਮੇਲ ਦੇ ਨਾਲ ਇੱਕ ਫਲਾਈਟ ਇੱਥੋਂ ਚੱਲੀ ਸੀ, ਜਿਹੜੀ ਏਅਰ ਕੈਨੇਡਾ ਲਿਜਾਂਦੀ ਸੀ ਇੰਗਲੈਂਡ ਤੇ, ਇੰਗਲੈਂਡ ਤੋਂ ਅੱਗੇ ਹੋਣੀ ਸੀ। ਪਰ ਇਹ ਜਿਹੜੀਆਂ ਵਿੱਚ ਥਰਡ ਪਾਰਟੀਆਂ ਇਨਵੋਲਵ ਕੀਤੀਆਂ, ਉਹਦੇ ਚੋਂ ਹੋਰ ਕਈ ਨਿਕਲ ਆਈਆਂ ਥਰਡ ਪਾਰਟੀਆਂ, ਜਿਹੜੀਆਂ ਕੋਸ਼ਿਸ਼ ਕਰਦੀਆਂ ਸੀ ਕਿ ਅਸੀਂ ਵੀ ਕਰ ਲਈਏ ਕੁਝ ਨਾ ਕੁਝ, ਪਰ ਉਹ ਤਰੀਕਾ ਕੋਈ ਨਹੀਂ ਸੀ ਉਹਨਾਂ ਦੇ ਵਿੱਚ, ਕਿਉਂਕਿ ਗਵਰਨਮੈਂਟਾਂ ਇਨਵੋਲਵ ਹੁੰਦੀਆਂ ਤੇ ਇੱਕ ਗਵਰਨਮੈਂਟ ਦਾ ਤਾਂ ਕੰਮ ਹੈ ਹੀ ਨਹੀਂ। ਇੰਡੀਆ ਗਵਰਨਮੈਂਟ ਨੇ ਉਹਨੂੰ ਲਾਈਕ ਨਹੀਂ ਕੀਤਾ, ਇੰਡੀਆ ਨੇ ਉਹਨਾਂ ਨੂੰ ਨਾ ਕਰਤੀ, ਤੇ ਉਹਦੇ ਵਿੱਚ ਕੀ ਹੋਇਆ ਕਿ ਉਸ ਥੋੜਾ ਲੋਕਾਂ ਦੇ ਦਿਮਾਗਾਂ ਦੇ ਵਿੱਚ ਬਹਿ ਗਿਆ
ਕਿ ਇਹ ਜੀ ਕੋਈ ਹੋਰ ਵੀ ਕਰ ਰਿਹਾ, ਸ਼ਾਇਦ ਸਾਨੂੰ ਸਸਤਾ ਮਿਲੂ ਜਾਂ ਕਿੱਦਾਂ ਹੋਊ ਜਾਂ ਜਲਦੀ ਜਾਵਾਂਗੇ। ਕਈ ਪ੍ਰਾਇੋਰਟੀ ਆ ਗਈਆਂ ਉਹਨਾਂ ਦੇ ਵਿੱਚ ਦਿਮਾਗ 'ਚ, ਤੇ ਇਹ ਇੱਧਰ ਖਰਾਬ ਹੋ ਗਿਆ ਕੰਮ। ਜੋ ਰਜਿਸਟ੍ਰੇਸ਼ਨ ਹੋਈ ਉਹ ਸੀ ਉਹ ਖਰਾਬ ਹੋ ਗਈ। ਖੈਰ ਸੈਕੰਡ ਫੇਸ ਦੇ ਵਿੱਚ ਉਹ ਥੋੜੀ ਠੀਕ ਹੋਈ। ਥਰਡ ਫੇਸ ਟੋਟਲੀ ਬਹੁਤ ਵਧੀਆ ਚੱਲਿਆ। ਫੋਰਥ ਫੇਸ ਇਸ ਲਈ ਟੌਪ ਤੇ ਚੱਲ ਰਿਹਾ। ਹਰ ਤੀਏ ਦਿਨ ਦੂਏ ਦਿਨ ਫਲਾਈਟਾਂ ਆਲਰੇਡੀ ਸਕੈਜੂਲਡ ਆ ਜੀ। ਫਲਾਈਟਾਂ ਸਿੱਧੀਆਂ ਮਤਲਬ ਟੋਰਾਂਟੋ ਉਤਰ ਰਹੀਆਂ ਤੇ ਨਾਲ ਬੈਂਕਾਕ ਵੀ ਜਾ ਰਹੀਆਂ। ਪਹਿਲਾਂ ਸਿਰਫ ਪਹਿਲੇ ਫੇਸ 'ਚ ਤੇ ਦੂਜੇ ਫੇਸ 'ਚ ਸਿਰਫ ਮੌਂਟਰੀਅਲ ਆਉਂਦੀਆਂ ਸੀ, ਪਰ ਹੁਣ ਲੋਕਾਂ ਨੂੰ ਦਿੱਕਤ ਨਹੀਂ ਆ। ਮਤਲਬ ਫਲਾਈਟਸ ਜਿੰਨੀ ਵੀ ਆ ਇਹ ਕਤਰ ਫਲਾਈਟਸ ਆ, ਇਹ ਉਧਰ ਦੀ ਹੋ ਕੇ ਆਉਂਦੀਆਂ ਔਰ ਸਿੱਧੀ ਆ ਕੇ ਟੋਰਾਂਟੋ ਉਤਰਦੀ ਆ ਜਾਂ ਉੱਥੇ। ਇੱਥੇ ਜਿਹੜਾ ਹੈਗਾ ਉਹ ਇੱਥੇ ਦੀ ਜਿੰਨੇ ਵੀ ਆ ਰਹੇ ਆ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਆ ਕੇ 14 ਦਿਨ ਕੁਆਰੰਟਾਈਨ ਕਰਨਾ ਆਪਣੇ ਘਰ ਦੇ ਵਿੱਚ ਹੀ ਜੀ, ਕਿਸੇ ਪਾਸੇ ਹੋਰ ਨਹੀਂ ਜਾਣਾ। ਤੇ ਤੁਸੀਂ ਇਹਦੇ ਵਾਸਤੇ ਬਹੁਤ ਵੱਡੀ ਸਜ਼ਾ ਆ ਜੇ ਤੁਸੀਂ ਇਹ ਨਹੀਂ ਕਰੋਗੇ। ਇਹ ਕਰਨਾ ਬਹੁਤ ਜ਼ਰੂਰੀ ਹੈ, ਤੁਹਾਡੇ ਲਈ ਫਾਇਦਾ, ਤੁਹਾਡੀ ਫੈਮਿਲੀ ਲਈ ਫਾਇਦਾ, ਸਾਰੇ ਕੈਨੇਡੀਅਨਸ ਲਈ, ਤੁਹਾਡੇ ਆਲੇ ਦੁਆਲੇ ਲਈ ਫਾਇਦਾ। ਇਸ ਕਰਕੇ ਇਹਨੂੰ ਜ਼ਰੂਰ ਅਡਾਪਟ ਕਰਿਓ। ਬਾਕੀ ਫਲਾਈਟਸ ਬਹੁਤ ਵਧੀਆ ਚੱਲਦੀਆਂ ਹੀ ਰਹਿਣੀਆਂ ਇਸੇ ਤਰ੍ਹਾਂ ਹੀ। ਇੱਕ ਤੁਹਾਡੇ ਇੱਥੇ ਹੈਗਾ ਕਿ ਪਰਮਾਨੈਂਟ ਰੈਜ਼ੀਡੈਂਟ ਜਿਹੜੇ ਉਹ ਫੀਲ ਕਰਦੇ ਆ ਕਿ ਸ਼ਾਇਦ ਸਾਨੂੰ ਇਗਨੋਰ ਕੀਤਾ ਜਾਂਦਾ। ਨਹੀਂ, ਇਗਨੋਰ ਨਹੀਂ ਕੀਤਾ ਜਾਂਦਾ, ਲੇਕਿਨ ਇੱਕ ਪਾਲਿਸੀ ਬਣੀ ਹੋ ਆ ਕਿ ਫਸਟ ਜਿਹੜੇ ਹੋਣੇ ਕੈਨੇਡੀਅਨਸ ਪਹਿਲਾਂ ਲਿਆਂਦੇ ਜਾਣਗੇ। ਜਦੋਂ ਉਹ ਪੂਰੇ ਹੋ ਜਾਂਦੇ ਆ ਉਹਦੇ ਨਾਲ ਨਾਲ ਪਰਮਾਨੈਂਟ ਰੈਜ਼ੀਡੈਂਟ ਵੀ ਆ ਰਹੇ ਆ, ਜਿਹੜੇ ਕੈਨੇਡੀਅਨਸ ਦੇ ਨਾਲ ਆ ਰਹੇ ਆ ਨਾ ਉਹ ਵੀ ਆ ਰਹੇ ਆ। ਪਰ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਟੋਟਲੀ ਆਉਣੇ ਆ ਉਹ ਛੇਤੀ ਹੀ ਇਸ ਤੋਂ ਬਾਅਦ, ਕਿਉਂਕਿ ਪਰਮਾਨੈਂਟ ਰੈਜ਼ੀਡੈਂਟ ਜਿਹੜੇ ਇੱਥੇ ਦੇ ਆ ਇਸ ਵੇਲੇ ਸਟਕ ਹੋਏ ਹੋ ਉੱਥੇ, ਉਹ ਵੀ ਸਾਡਾ ਹਿੱਸਾ ਆ ਕੈਨੇਡਾ ਦਾ। ਉਹਨਾਂ ਨੂੰ ਲਿਆਉਣਾ ਬਹੁਤ ਜ਼ਰੂਰੀ ਆ, ਉਹਨਾਂ ਨੂੰ ਲਿਆਂਦਾ ਜਾਊਗਾ ਇੱਥੇ। ਪਰ ਇਹ ਆ ਕਿ ਪਹਿਲੇ ਤਰਜੀਹ ਜਿਹੜੀ ਦਿੱਤੀ ਗਈ ਆ ਉਹ ਸਿਟੀਜ਼ਨ ਨੂੰ ਦਿੱਤੀ ਗਈ ਆ। ਸਿਟੀਜ਼ਨ ਤੋਂ ਬਾਅਦ ਫਿਰ ਪਰਮਾਨੈਂਟ ਰੈਜ਼ੀਡੈਂਟ ਨੂੰ ਵੀ ਸ਼ੁਰੂ ਹੋ ਜਾਊਗੀ। ਬਾਕੀ ਡਿਪੈਂਡ ਕਰਦਾ ਗਰੇਵਾਲ ਸਾਹਿਬ ਇਸ ਵੇਲੇ ਇੰਡੀਆ ਗਵਰਨਮੈਂਟ ਕੀ ਫਰਦਰ ਅਲਾਓ ਕਰਦੀ ਆ, ਕਿੰਨੀਆਂ ਫਲਾਈਟਾਂ ਹੋਰ ਦਿੰਦੀ ਆ ਅਲਾਓ ਕਰਦੀ। ਇੱਥੋਂ ਉਹਨਾਂ ਨੂੰ ਵੀ ਬੜੀ ਦਿੱਕਤ ਹੈ ਜੀ। ਐਡੇ ਵੱਡੇ ਏਅਰਪੋਰਟ ਦੇ ਵਿੱਚ ਇੱਕ ਟਰਮੀਨਲ ਖੋਲ ਕੇ ਰੱਖਣਾ ਜਾਂ 2 ਟਰਮੀਨਲ ਖੋਲਣੇ ਔਰ ਉਹਦੇ ਉੱਤੇ ਸਾਰਾ ਇੰਤਜ਼ਾਮ ਉਸੇ ਦੇ ਚਲਾਉਣਾ। ਸਾਰੇ ਏਅਰਪੋਰਟ ਦਾ ਖਰਚਾ ਪੈਂਦਾ ਤੇ ਚੱਲਣੇ 2 ਟਰਮੀਨਲ। ਇਹ ਬੜਾ ਵੱਡੀ ਦਿੱਕਤ ਹੈ ਜੀ। ਉਹੀ ਟਾਰਮੈਕ, ਉਹੀ ਪੂਰਾ ਰਨਵੇ ਪਏ ਆ, ਯੂਜ਼ ਨਹੀਂ ਹੋ ਰਿਹਾ ਤੇ ਲਾਸ ਕਿੰਨਾ ਹੁੰਦਾ ਹੈ ਸਾਰੀਆਂ ਚੀਜ਼ਾਂ ਦਾ। ਇਸ ਵੇਲੇ ਇੰਡੀਆ ਗਵਰਨਮੈਂਟ ਵੀ ਮੇਰੇ ਖਿਆਲ ਤਤਪਰ ਹੋਊਗੀ ਕਿ ਛੇਤੀ ਤੋਂ ਛੇਤੀ ਹੋਰ ਫਲਾਈਟਾਂ ਅਲਾਓ ਕੀਤੀਆਂ ਜਾਣ। ਉਸੇ ਤਰ੍ਹਾਂ ਫਿਰ ਵਾਧੂ ਫਲਾਈਟਾਂ ਚੱਲ ਪੈਣੀਆਂ ਜੀ। ਇਹ ਥੋੜਾ ਜਿਹਾ ਇਹ ਦਿੱਕਤਾਂ ਹੈਗੀਆਂ। ਤੁਹਾਡੇ ਗੱਲ ਦੇ ਵਿੱਚੋਂ ਹੀ ਸਵਾਲ ਨਿਕਲਿਆ ਜੀ, ਜਿਵੇਂ ਤੁਸੀਂ ਗੱਲ ਕੀਤੀ ਵੀ ਇੱਥੇ ਕੁਝ ਇੱਕਾ ਦੁੱਕਾ NGO ਜਿਨ੍ਹਾਂ ਨੇ ਆਪਣੇ ਇਹ ਹਮਲਾ ਮਾਰਿਆ ਸੀਗਾ ਵੀ ਉਹਨਾਂ ਦੇ ਕਹਿਣ ਮੁਤਾਬਕ ਵੀ ਕੈਨੇਡੀਅਨ ਗਵਰਨਮੈਂਟ ਨੇ ਜਿਹੜੀ ਟਿਕਟ $2900 3000 ਦੀ ਕੁਝ ਪ੍ਰਾਈਸ ਰੱਖੀ ਸੀ। ਉਹਨਾਂ ਨੇ ਕਹਿੰਦੇ ਜੀ ਮਿਲ ਕੇ ਕੁਝ ਕੈਨੇਡੀਅਨਸ NGO ਕੁਝ ਇੰਡੀਆ ਦੇ ਵਿੱਚ ਰਹਿ ਕੇ ਉਹਨਾਂ ਨੇ ਇਕੱਠਾ ਇੱਕ ਉਪਰਾਲਾ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੇ ਵੀ $2000 ਦੀ ਟਿਕਟ ਔਰ ਕੋਈ ਜਰਮਨ ਕੰਪਨੀ ਸੀ ਉਹਨਾਂ ਨਾਲ ਟਾਈ ਅਪ ਕਰਕੇ ਉਹਨਾਂ ਨੇ ਕਿਹਾ ਸੀ ਅਸੀਂ ਫਲਾਈਟਾਂ ਸਿੱਧੀਆਂ ਚਲਾਵਾਂਗੇ। ਉਹਨਾਂ ਦੇ ਕਹਿਣ ਮੁਤਾਬਕ ਵੀ ਅਸੀਂ ਤਾਂ ਕਰਨਾ ਚਾਹੁੰਦੇ ਸੀ, ਇਹਦੇ 'ਚ ਸਾਨੂੰ ਮਨਜ਼ੂਰੀ ਵੀ ਮਿਲ ਗਈ ਸੀ, ਪਰ ਕੁਝ ਕੈਨੇਡੀਅਨਸ MP ਜਿਹੜੇ ਸੀਗੇ ਵੀ ਉਹਨਾਂ ਕੰਨਿਓ ਇਹ ਬਾਈਕਾਟ ਕਰਕੇ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲੈ ਕੇ ਕਿਹਾ ਗਿਆ ਵੀ ਇਹ ਸੇਫ ਨਹੀਂ ਹੈ। ਉਹ ਕਹਿੰਦੇ ਵੀ ਇਹਨਾਂ ਦੀਆਂ ਫਲਾਈਟਾਂ ਵੀ ਤਾਂ ਬਾਇਆ ਇੰਗਲੈਂਡ ਜਾਂ ਬਾਇਆ ਯੂਰਪ ਔਰ ਅਰਬ ਕੰਟਰੀਆਂ ਦੇ ਵਿੱਚ ਦੀ ਆਉਂਦੀ ਆ, ਤੇ ਉਹਨਾਂ ਦਾ ਵੀ ਇਹ ਸਵਾਲ ਚੱਕਿਆ ਸੀ। ਇਹਦੇ ਬਾਰੇ ਤੁਸੀਂ ਕੀ ਵੈਸੇ? ਹਾਂਜੀ ਭੁਪਿੰਦਰ ਜੀ ਠੀਕ ਹੈ, ਸੌਰੀ, ਗੋ ਹੈਡ ਕਰੋ ਗੱਲ। ਜਿਹੜੀ ਮੈਂ ਇਹੀ ਮੇਰਾ ਸਵਾਲ ਫਿਰ ਉਹੀ ਹੈ ਜੀ ਵੀ ਤੁਸੀਂ ਤੁਹਾਡੇ ਸਵਾਲ ਦੇ ਜਵਾਬ ਦੇ ਵਿੱਚੋਂ ਸਵਾਲ ਨਿਕਲਿਆ ਸੀ ਜੀ ਵੀ ਜਿਹੜੇ ਇੱਥੇ ਕੁਝ NGO ਸੀਗੇ ਜੀ ਜਿਨ੍ਹਾਂ ਨੇ ਇੱਕ ਉਪਰਾਲਾ ਕੀਤਾ ਸੀ ਕੈਨੇਡੀਅਨਸ NGO ਨਾਲ ਮਿਲ ਕੇ ਵੀ ਜਿਹੜੇ ਲੋਕ ਇੱਥੇ ਫਸੇ ਹੋਏ ਨੇ। ਹਾਂਜੀ ਤੇ ਦੇਖੋ ਭੁਪਿੰਦਰ ਜੀ ਇਹ ਗੱਲ ਹੈਗੀ ਆ, NGO ਨਹੀਂ ਸੀਗੇ ਉਹ, ਕੋਈ ਟਰੈਵਲਿੰਗ ਏਜੰਸੀ ਹੀ ਸੀਗੀਆਂ, ਕੋਈ ਖਾਸ NGO ਨਹੀਂ ਸੀਗਾ ਇਹ। ਉਹ ਇੱਕ ਕਿਹਦੇ ਨਾਲ ਉਹਨੇ ਤਾਲਮੇਲ ਕੀਤਾ ਕੋਈ ਹਲੇ ਤੇ ਨਹੀਂ ਪਤਾ ਲੱਗਦਾ। ਕੈਨੇਡਾ ਗਵਰਨਮੈਂਟ ਨਾਲ ਉਹਨਾਂ ਦਾ ਕੋਈ ਤਾਲਮੇਲ ਨਹੀਂ ਸੀ ਜੀ। ਇੱਕ ਲੈਟਰ ਉਹਨਾਂ ਨੇ ਅੰਬੈਸੀ ਨੂੰ ਲਿਖੀ ਸੀ, ਕੈਨੇਡੀਅਨ ਅੰਬੈਸੀ ਨੂੰ ਪਤਾ ਕਰਨ ਲਈ ਕਿ ਸਾਨੂੰ ਪ੍ਰੋਸੀਜਰ ਦੱਸੋ ਕੀ ਆ, ਤੇ ਕੈਨੇਡੀਅਨ ਅੰਬੈਸੀ ਨੇ ਉਹਦਾ ਜਵਾਬ ਦੇ ਦਿੱਤਾ ਸੀ। ਓਕੇ ਠੀਕ ਹੈ, ਬਸ ਉਹਨਾਂ ਨੂੰ ਸੁਜੈਸ਼ਨ ਦਿੱਤੀ ਸੀ ਵੀ ਕਿੱਦਾਂ ਤੁਸੀਂ ਅਪਲਾਈ ਕਰ ਸਕਦੇ ਆ। ਉਸ ਤੋਂ ਬਾਅਦ ਉਹਨਾਂ ਨੂੰ ਕੋਈ ਕਿਤੇ ਪਰਮਿਸ਼ਨ ਨਹੀਂ, ਕਿਤੇ ਕੋਈ ਲੈਟਰ ਨਹੀਂ। ਹਾਹਾਕਾਰ ਹੀ ਆ ਇਹ, ਐਵੇਂ ਅਫਵਾਹਾਂ ਉੜੀਆਂ, ਬਹੁਤ ਕੁਝ ਉੜਿਆ। ਪੈਸੇ ਦੀ ਗੱਲ ਕੈਨੇਡਾ ਗਵਰਨਮੈਂਟ ਨੇ ਕੋਈ ਫੀਸ ਨਹੀਂ ਰੱਖੀ, ਉਹ ਕੋਈ ਟਿਕਟ ਨਹੀਂ ਰੱਖੀ, ਉਹ ਕੈਨੇਡਾ ਗਵਰਨਮੈਂਟ ਦੀ ਕੋਈ ਇਨਵੋਲਵਮੈਂਟ ਨਹੀਂ ਹੈ। ਇਹ ਏਜੰਸੀਆਂ ਜਿਹੜੀਆਂ ਕਰ ਰਹੀ ਆ, ਜਿਹੜੀ ਟਰੈਵਲ ਏਜੰਸੀ ਆ ਉਹਨਾਂ ਨੇ ਕੀਤਾ ਆ। ਉਹਨਾਂ ਨੇ ਕਤਰ 에ਅਰਲਾਈਨ ਨਾਲ ਮਿਲ ਕੇ
ਪਹਿਲਾਂ 에ਅਰ ਇੰਡੀਆ ਦੇ ਨਾਲ ਸੀ, ਹੁਣ ਕਿਉਂਕਿ ਕਤਰ ਦੇ ਥਰੂ ਆਉਂਦੀ ਆ ਫਲਾਈਟ, ਉਹ ਸਿੱਧੀ ਆ ਜਾਂਦੀ ਇੱਥੇ। ਉੱਥੋਂ 2 ਥਾਈ ਕਰਨੀ ਪੈਂਦੀ ਸੀ, ਪਹਿਲਾਂ ਇੰਗਲੈਂਡ ਜਾਓ, ਇੰਗਲੈਂਡ ਤੋਂ 에ਅਰ ਕੈਨੇਡਾ ਜਾਂਦਾ ਸੀ। ਹੁਣ ਕਤਰ 에ਅਰਲਾਈਨਸ ਪਹਿਲਾਂ ਤੋਂ ਹੀ ਆਉਂਦੀ ਆ, ਉਸੇ ਤਰ੍ਹਾਂ ਹੀ ਉਹ ਲਿਆ ਰਹੀ ਹੈ। ਕਿਤੇ ਉਹਨਾਂ ਕੋਲ ਕੋਈ ਪਰਮਿਸ਼ਨ ਹੁੰਦੀ ਤਾਂ ਸਾਨੂੰ ਤਾਂ ਉਹ ਜੀਣ ਵੀ ਨਾ ਦਿੰਦੇ ਅੱਜ ਤਾਈਂ। ਉਹਨਾਂ ਕੋਲ ਕਿਤੇ ਕੋਈ ਪਰਮਿਸ਼ਨ ਨਹੀਂ, ਝੂਠ ਦੇ ਪਲੰਦੇ ਸੀਗੇ, ਕਿਤੇ ਕੋਈ ਗੱਲ ਨਹੀਂ ਸੀਗੀ, ਕੋਈ ਕਿਤੇ ਹੈ ਨਹੀਂਗਾ, ਕੋਈ ਇਦਾਂ ਦੀ ਇੰਨੀਆਂ ਅਫਵਾਹਾਂ ਸੀਗੀਆਂ। ਪਲੀਜ਼ ਇਹਨਾਂ ਅਫਵਾਹਾਂ ਤੋਂ ਮੈਂ ਇੱਥੇ ਸਾਰਿਆਂ ਨੂੰ ਰਿਕੁਐਸਟ ਕਰੂੰਗਾ, ਬਚ ਕੇ ਰਹੋ। ਇਹ ਜਿਹੜੀਆਂ ਇਦਾਂ ਦੀਆਂ ਅਫਵਾਹਾਂ ਆਉਂਦੀਆਂ, ਇਹ ਅਲਟੀਮੇਟਲੀ ਇਹਦੇ ਨਾਲ ਇੰਨਾ ਫਰਕ ਪਿਆ ਜੀ ਕਿ ਪਹਿਲਾ ਫੇਸ ਸਾਡਾ ਉਹ ਤਾਰਪੀਡ ਹੋ ਗਿਆ, ਦੂਜੇ ਫੇਸ ਦੇ ਵਿੱਚ ਵੀ ਲੋਕਾਂ ਨੇ ਕੱਟ ਕੇ ਆਸ ਕੀਤੀ ਕਿ ਦੂਜੇ ਪਾਸੇ ਨੂੰ ਚਲੀਏ, ਕੋਈ ਹੋਰ ਕਿਸੇ ਨੂੰ ਦੇਖਦੇ ਆ ਜੀ, ਆਹ ਫਲਾਈਟਾਂ ਛੱਡ ਦਿੰਦੇ ਆ। ਉਹਦੇ ਨਾਲ ਬਹੁਤ ਲੋਕਾਂ ਦਾ ਨੁਕਸਾਨ ਹੋਇਆ। ਅਫਵਾਹਾਂ ਤੋਂ ਬਚ ਕੇ ਰਹੋ। ਇਹ ਜਿਹੜੀਆਂ ਅਫਵਾਹਾਂ ਆ, ਇਹ ਰਿਊਮਰਸ ਜਿਹੜੀਆਂ ਆ, ਅੱਜ ਦੇ ਦਿਨ 'ਚ ਫੇਸਬੁੱਕ ਤੇ ਜਾਂ ਤੁਸੀਂ YouTube ਤੇ ਛੋਟੇ ਛੋਟੇ ਜਿਹੜੇ ਬਣਾਉਂਦੇ ਆ, ਉਹਨਾਂ ਦੀਆਂ ਸੀਗੀਆਂ। ਕਿਤੇ ਚੰਗੇ ਮੀਡੀਆ ਦੇ ਵਿੱਚ ਜਿਹੜਾ ਤੁਹਾਡੇ ਵਰਗੇ ਹੈਗੇ, ਇਹਨਾਂ ਦੇ ਕਿਤੇ ਨਹੀਂ ਕੋਈ ਇੱਦਾਂ ਦੀਆਂ ਖਬਰਾਂ ਆਈਆਂ। ਜੇ ਆਈਆਂ ਹੋਣਗੀਆਂ ਤਾਂ ਉਹਨਾਂ ਕੋਲ ਜ਼ਰੂਰ ਸਬੂਤ ਹੋਣਗੇ। ਜੇ ਕਿਤੇ ਹੈਗੇ ਤਾਂ ਮੈਨੂੰ ਵੀ ਜ਼ਰੂਰ ਭੇਜਿਓ ਉਹਦੀ ਈਮੇਲ ਕਰਕੇ ਕਿ ਉਹਨਾਂ ਦੇ ਕੋਲ ਪਰਮਿਸ਼ਨ ਸੀਗੀ ਕੋਈ, ਕਿ ਉਹਨਾਂ ਨੂੰ ਨਾ ਕਰ ਦਿੱਤੀ ਐਮਪੀਆਂ ਨੇ। ਉਹ ਪਰਮਿਸ਼ਨ ਕਿਤੇ ਮਿਲੇ ਨਾ ਸਾਨੂੰ ਜ਼ਰੂਰ ਭੇਜੋ। ਤੇ ਉਹਨਾਂ ਨੂੰ ਮੈਂ ਕੀਤਾ ਆਲਰੇਡੀ ਕਿਹਾ, ਦੱਸਿਆ ਵੀ ਜੇ ਤੁਹਾਨੂੰ ਕੋਈ ਲੋੜ ਹੋਈ ਆਪਾਂ ਕੋਵਿਡ ਖਤਮ ਹੋ ਲੈਣ ਦਿਓ, ਫਿਰ ਉਸ ਤੋਂ ਬਾਅਦ ਆਪਾਂ ਇਕੱਠੇ ਨਾ ਸਾਰੇ ਇੱਕ ਦੂਜੇ ਨਾਲ ਗੱਲ ਕਰਕੇ ਇਹਨੂੰ ਹੱਲ ਕਰਾਂਗੇ ਕਿ ਕੌਣ ਕਿਹਦੀ ਕਿੱਥੇ ਗਲਤੀ ਕੀ ਹੈਗੀ। ਅੱਜ ਦੇ ਦਿਨ 'ਚ ਇਹਨੂੰ ਆਪਾਂ ਸਿਰਫ ਇਹੀ ਆ ਕਿ ਜਿਹੜੇ ਇੱਥੋਂ ਆਉਣੇ ਚਾਹੁੰਦੇ ਆਪਣੇ ਆਪ ਨੂੰ ਰਜਿਸਟਰ ਕਰੋ, ਰਜਿਸਟਰ ਕਰਕੇ ਆਪਣੇ ਨਾਂ ਦਿਓ, ਹਾਈ ਕਮਿਸ਼ਨ ਨਾਲ ਲਿੰਕ ਰੱਖੋ। ਇੱਥੇ ਕੈਨੇਡੀਅਨ ਹਾਈ ਕਮਿਸ਼ਨ ਨਾਲ ਉਹ ਜਿਹੜੀ ਏਜੰਸੀ ਕੈਨੇਡੀਅਨ ਹਾਈ ਕਮਿਸ਼ਨ ਦੀ ਆ, ਉਹ ਤੁਹਾਨੂੰ ਤਾਲਮੇਲ ਕਰੂਗੀ। ਜਿਸ ਵੇਲੇ ਤੁਹਾਨੂੰ ਈਮੇਲ ਆ ਜਾਂਦੀ ਆ, ਉਹਨੇ ਤੁਹਾਨੂੰ ਡੇਟ ਦੇ ਦੇਣੀ ਆ ਕਿੱਦਣ ਆਉਣਾ, ਕਿੱਥੋਂ ਚੜ੍ਹਨਾ। ਅੰਮ੍ਰਿਤਸਰ ਤੋਂ ਸਿੱਧੀਆਂ ਫਲਾਈਟਾਂ ਆ ਰਹੀਆਂ, ਕੋਈ ਦਿੱਕਤ ਨਹੀਂ ਆ। ਬਹੁਤ ਸੋਹਣੀ ਤਰ੍ਹਾਂ ਬੁਕਿੰਗ ਚੱਲ ਰਹੀ ਆ, ਬਹੁਤ ਸੋਹਣੀ ਤਰ੍ਹਾਂ ਹੋ ਰਿਹਾ, ਕੋਈ ਇਹਦੇ ਵਿੱਚ ਦਿੱਕਤ ਨਹੀਂ ਆ। ਸਾਨੂੰ ਤਾਂ ਸਿੱਧੀਆਂ ਈਮੇਲਾਂ ਆ ਜਾਂਦੀਆਂ, ਇਹਦੇ ਕੋਈ ਪ੍ਰੋਬਲਮ ਹੋਵੇ। ਮੈਂ ਅੱਗੇ ਵੀ ਕਿਹਾ ਆ, ਅੱਜ ਵੀ ਕਹਿਣਾ, ਕਿਸੇ ਨੂੰ ਕੋਈ ਦਿੱਕਤ ਹੈਗੀ ਆ, ਉਹ ਸਿੱਧੀ ਈਮੇਲ ਮੈਨੂੰ ਲਿਖੋ, ramesh.sangha@parl.gc.ca। ਨਹੀਂ ਤਾਂ ਨੰਬਰ ਵੀ ਤੁਹਾਨੂੰ ਮੈਂ ਭੇਜਿਆ 9057909211 ਦੇ ਉੱਤੇ ਕਾਲ ਕਰੋ। ਦਫ਼ਤਰ ਖੁੱਲ੍ਹਾ ਹਰ ਵੇਲੇ, ਖੁੱਲ੍ਹਾ ਨਹੀਂ ਦਫ਼ਤਰ ਦਾ ਲੌਕ ਆ, ਪਰ ਅਸੀਂ ਘਰੋਂ ਬੈਠੇ ਸਾਰੇ ਕੰਮ ਕਰਦੇ। ਮੇਰੇ ਸਾਰੇ EMPLOYEE ਜਿਹੜੇ ਹੈਗੇ ਆ ਤਤਪਰ ਬੈਠੇ ਹਰ ਵੇਲੇ, ਹਰ ਇੱਕ ਦੀ ਖਬਰ ਸੁਣਨ ਲਈ, ਹਰ ਇੱਕ ਦੀ ਨਿਊਜ਼ ਸੁਣਨ ਲਈ ਔਰ ਹਰ ਇੱਕ ਦੀ ਹੈਲਪ ਕਰਨ ਲਈ ਤਿਆਰ ਆ। ਸੰਘਾ ਸਾਹਿਬ, ਸਾਨੂੰ ਥੋੜ੍ਹੇ ਦਿਨ ਪਹਿਲਾਂ ਸਵਾਲ ਆਏ ਸੀ ਜੀ, ਕੁਛ ਜਿਵੇਂ ਕੁਝ ਤਾਂ ਇੱਕ ਪਰਮਾਨੈਂਟ ਰੈਜ਼ੀਡੈਂਸ ਹੋ ਗਏ, ਕੈਨੇਡੀਅਨ ਸਿਟੀਜ਼ਨ ਹੋ ਗਏ, ਕੁਝ ਜਿਹੜੇ ਇੰਡੀਆ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਡਾਇਰੈਕਟ ਆਪਣੇ ਮਤਲਬ ਪਰਮਾਨੈਂਟ ਰੈਜ਼ੀਡੈਂਸ ਅਪਲਾਈ ਕੀਤਾ ਹੁੰਦਾ ਜੀ, ਉਹਨਾਂ ਨੂੰ ਕਿਸੇ ਨੂੰ 3 ਮਹੀਨੇ ਦਾ ਵੀਜ਼ਾ ਸੀ ਵੀ ਉਹਦੇ ਵਿੱਚ ਉਹਨਾਂ ਨੇ ਉੱਥੇ ਆਉਣਾ ਜ਼ਰੂਰੀ ਸੀ, ਕਿਸੇ ਦਾ 6 ਮਹੀਨੇ ਦਾ ਸੀ। ਉਹਨਾਂ ਦੇ ਇਹ ਸਵਾਲ ਆ ਵੀ ਅਸੀਂ ਕਿਸ ਮਤਲਬ ਕੈਟਾਗਰੀ 'ਚ ਗਏ ਜਾਂਦੇ ਹਾਂ ਵੀ ਜੇ ਕੱਲ੍ਹ ਨੂੰ ਜਿਵੇਂ ਸਾਡਾ 3 ਮਹੀਨੇ ਦਾ ਸੀ ਜੀ, ਮੰਨ ਲਓ ਜਨਵਰੀ ਤੋਂ ਲੈ ਕੇ ਕਿਸੇ ਨੂੰ 1 ਮਾਰਚ ਤੱਕ ਦਾ ਟਾਈਮ ਸੀਗਾ ਜੀ, ਉਹ ਕਹਿੰਦੇ ਸਾਡਾ ਟਾਈਮ ਲੰਘਿਆ, ਅਸੀਂ ਐਮਬੈਸੀ ਨੂੰ ਮੇਲ ਕਰਦੇ ਹਾਂ, ਉਹ ਕਹਿੰਦੇ ਵੀ ਤੁਸੀਂ ਰੁਕੋ, ਹਲੇ ਤੁਸੀਂ ਨਹੀਂ, ਫਸਟ ਪ੍ਰਾਇੋਰਟੀ ਸਾਡੀ ਕੈਨੇਡੀਅਨਸ ਨੂੰ ਆ। ਤੇ ਉਹ ਕਹਿੰਦੇ ਅਸੀਂ ਕਿਸ ਕੈਟਾਗਰੀ ਦੇ ਵਿੱਚ ਆਉਨੇ ਆ ਔਰ ਅਸੀਂ ਕਿਸ ਨੂੰ ਰਿਪੋਰਟ ਕਰੀਏ ਵੀ ਜੇ ਕੱਲ੍ਹ ਨੂੰ ਸਾਡਾ ਵੀਜ਼ਾ ਖਤਮ ਹੋ ਗਿਆ ਜਾਂ ਸਾਡੀ ਜਿਹੜੀ ਐਂਟਰੀ ਟਾਈਮ ਦਿੱਤਾ ਹੁੰਦਾ ਉਹ ਸਾਡੀ ਐਕਸਪਾਇਰ ਹੋ ਗਈ, ਤੇ ਸਾਨੂੰ ਕੀ ਇਹ ਦੁਬਾਰਾ ਸਾਰਾ ਕੁਝ ਅਪਲਾਈ ਕਰਨਾ ਪਏਗਾ ਕਿ ਉਹਦਾ ਕੋਈ ਪ੍ਰੋਸੈਸ ਜਾਂ ਉਹਨੂੰ ਐਕਸਟੈਂਡ ਕੀਤਾ ਜਾਏਗਾ ਵੀਜ਼ੇ ਨੂੰ? ਦੇਖੋ, ਇਸ ਵੇਲੇ ਤਾਂ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਇਹ ਕਰੂੰਗਾ, ਜਿੰਨੇ ਵੀ ਸੁਣਨ ਵਾਲੇ, ਤੁਹਾਨੂੰ ਵੀ ਰਿਕੁਐਸਟ ਇਹ ਕਰੂੰਗਾ ਹੱਥ ਜੋੜ ਕੇ ਕਿ ਸਾਰਿਆਂ ਨੂੰ ਇਹ ਦਿਓ ਸੁਨੇਹਾ ਕਿ ਆਪਾਂ ਸਿਰਫ ਪਹਿਲਾਂ ਕੋਵਿਡ ਨਾਲ ਲੜਨਾ ਜੀ। ਕੋਵਿਡ ਸਭ ਤੋਂ ਪਹਿਲਾਂ ਇਹਦੀ ਇਹ ਲੜਾਈ ਆ ਸਾਡੀ। ਆਪਣੇ ਪਰਸਨਲ ਨਿੱਜੀ ਜਿਹੜੀਆਂ ਗੱਲਾਂ ਆ ਉਹ ਆਪਾਂ ਸਾਰੀਆਂ ਦੇ ਹੱਲ ਲੱਭਣੇ ਆ ਬਾਅਦ ਚ ਜੀ। ਹਰ ਇੱਕ ਚੀਜ਼ ਦੇ ਹਲੇ ਕਿਸੇ ਤੇ ਮੈਂ ਇਹ ਗੱਲ ਇੱਥੇ ਵਿਚਾਰ ਨਹੀਂ ਕਰਨਾ ਚਾਹੁੰਦਾ, ਨਾ ਮੈਂ ਇੱਥੇ ਪੁਆਇੰਟ ਦੇਣਾ ਚਾਹੁੰਦਾ, ਪਰ ਇਹ ਆ ਕਿ ਐਮਬਾਰਗੋ ਆ ਹਰ ਇੱਕ ਚੀਜ਼ ਦੇ ਉੱਤੇ, ਹਰ ਇੱਕ ਤੇ ਰੋਕ ਆ, ਹਰ ਇੱਕ ਗੱਲ ਦੇ ਉੱਤੇ ਆ। ਕੋਈ ਇੰਡੀਆ ਗਵਰਨਮੈਂਟ ਕਿਸੇ ਨੂੰ ਤੁਹਾਨੂੰ ਅਲਾਉ ਨਹੀਂ ਕਰੂਗੀ ਬਾਹਰ ਜਾਣ ਲਈ, ਕਿਉਂਕਿ ਤੁਹਾਡੇ ਤੇ ਰੋਕ ਆ। ਜਿੰਨੇ ਤੁਸੀਂ ਇੰਡੀਅਨ ਹੈਗੇ, ਭਾਵੇਂ ਤੁਹਾਡੇ ਕੋਲ ਕੋਈ ਵੀਜ਼ਾ, ਕਿਸੇ ਤਰ੍ਹਾਂ ਦਾ ਵੀ ਵੀਜ਼ਾ ਹੈਗਾ, ਕੋਈ ਨਹੀਂ ਆ ਸਕਦਾ। ਕੋਈ ਤੁਹਾਨੂੰ ਕਿਸੇ ਨੇ ਜਹਾਜ਼ ਤੇ ਚੜ੍ਹਨ ਨਹੀਂ ਦੇਣਾ ਉੱਥੋਂ, ਕਿਉਂਕਿ ਇੰਡੀਆ ਗਵਰਨਮੈਂਟ ਨੇ ਨਹੀਂ ਰੋਕ ਲਾਈ ਹੋਆ ਹਲੇ ਤੱਕ। ਜਦੋਂ ਇਹ ਸਾਰੀਆਂ ਚੀਜ਼ਾਂ ਖੁੱਲ ਗਈਆਂ, ਉਸ ਤੋਂ ਬਾਅਦ ਕਿੱਦਾਂ ਆਪਾਂ ਕਰਨਾ, ਕਿੱਦਾਂ ਚੱਲਣਾ, ਤੇ ਇਹ ਸਾਰੇ ਕੰਮ ਜਿਹੜੇ ਆ ਇਹ ਆਪੇ ਆਪਣੇ ਆਪ ਸੇਧੁਕਾ ਹੋ ਜਾਣੀ ਆ। ਔਰ ਹਰ ਇੱਕ ਨੂੰ ਉਹਦੇ ਬਾਰੇ ਉਹਦਾ ਧਿਆਨ ਰੱਖਿਆ ਜਾਊਗਾ। ਮੈਂ ਇੰਨਾ ਯਕੀਨ ਦਵਾਉਣਾ ਕਿ ਕੋਈ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਊਗੀ, ਪਰ ਇਹਨਾਂ ਹਾਲਤਾਂ ਦੇ ਵਿੱਚ ਦੀ ਲੰਘਦੇ ਪਰੇਸ਼ਾਨੀਆਂ ਤਾਂ ਹੈਗੀਆਂ ਹੀ ਆ, ਉਹ ਆਪਾਂ ਨੂੰ ਸਹਿਣੀਆਂ ਪੈਣੀਆਂ। ਤੇ ਸਾਰੇ ਰਲ ਮਿਲ ਕੇ ਹਮਲਾ ਮਾਰ ਰਹੇ ਆ, ਇਸੇ ਤਰ੍ਹਾਂ ਹੀ ਕਰਦੇ ਰਹੀਏ। ਇੱਥੇ ਵੀ ਤੁਸੀਂ ਵਧੀਆ ਕਰ ਰਹੇ ਆ, ਇੱਥੇ ਬਹੁਤ ਸੋਹਣਾ ਹੋ ਰਿਹਾ।
ਸੰਗਾ ਸਾਹਿਬ ਇੱਕ ਜਿਹੜੀ ਕੈਨੇਡੀਅਨ ਗਵਰਨਮੈਂਟ ਕਨੀਓ ਇੱਕ $2000 $500 ਵੀਕ ਦਿੱਤਾ ਗਿਆ, ਔਰ ਕਈ ਭਾਈ ਭੈਣ ਜਿਹੜੇ ਜਨਵਰੀ ਦੇ ਵਿੱਚ ਹੀ ਇੱਥੇ ਆਏ ਸੀ ਜਾਂ ਦਸੰਬਰ ਦੇ ਵਿੱਚ ਆਏ ਸੀ, ਪਰ ਉਹਨਾਂ ਨੇ ਕੰਮ ਜਿਵੇਂ ਉਹਨਾਂ ਨੇ ਦੱਸਿਆ ਜੀ $5000 ਜੇ ਤੁਸੀਂ ਲਾਸਟ ਈਅਰ ਕਮਾਇਆ ਤੇ ਜਾਂ ਤੁਸੀਂ ਜਦੋਂ ਜਾਣ ਵੇਲੇ ਇੱਕ ਜੌਬ ਕੁਇਟ ਕਰਕੇ ਗਏ ਸੀ ਜਾਂ ਛੁੱਟੀ ਲੈ ਕੇ ਗਏ ਸੀ, ਕੀ ਇਹ ਬੈਨੀਫਿਟ ਉਹਨਾਂ ਲਈ ਵੀ ਆ ਕਿ ਜਸਟ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਆ ਵੀ ਉਹੀ ਅਪਲਾਈ ਕਰ ਸਕਦੇ ਆ? देखो जी, canada.ca ਤੇ ਜਾ ਕੇ ਪਹੁੰਚੋ, ਦੇਖੋ जी ਸਭ ਕੁਝ ਉੱਥੋਂ ਮਿਲ ਜਾਊਗਾ जी। ਜੇ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਆ, ਲੱਗਦਾ ਕਿ ਤੁਹਾਨੂੰ ਬਹੁਤ ਵੱਡੀਆਂ ਪ੍ਰੋਬਲਮਾਂ, ਬਹੁਤ ਬੜੇ ਬੜੇ ਕੁਐਸਚਨ ਆਉਂਦੇ ਆ ਜੀ, ਇੱਕ ਆ ਤੁਹਾਡੀਆਂ ਗੱਲਾਂ ਜਿਹੜੀਆਂ ਬੜੀਆਂ ਚੰਗੀਆਂ ਆ, ਇਹਨਾਂ ਦੇ ਵਿੱਚੋਂ ਇੱਕ ਨਹੀਂ ਸੈਂਕੜੇ ਹਜ਼ਾਰਾਂ ਕੁਐਸਚਨ ਨਿਕਲਦੇ ਆ ਜੀ। ਇੱਕ ਸਾਰਿਆਂ ਦਾ ਜਵਾਬ ਦੇਣਾ ਇੱਥੇ ਸੌਖਾ ਨਹੀਂ ਹੈ, ਜੀ, ਪਰ ਤੁਸੀਂ ਇਹ ਜ਼ਰੂਰ ਹੈ ਕਿ ਉਹਨੂੰ ਆਪਣੀ ਜਿਹੜੀ ਪਰਸਨਲ ਜਿਹੜੀ ਤੁਹਾਡੀ ਹੈਗੀ ਉਹਨੂੰ ਛੋਟੀ ਨਾ ਸਮਝੋ। ਸਾਨੂੰ ਈਮੇਲ ਲਿਖ ਕੇ ਈਮੇਲ ਪਾਓ, ਉਹਦੇ ਵਿੱਚ ਅਸੀਂ ਤੁਹਾਨੂੰ ਜ਼ਰੂਰ ਉਹਦਾ ਜਵਾਬ ਪਤਾ ਕਰਕੇ ਸਭ ਤਰੀਕੇ ਦੇ ਨਾਲ ਠੀਕ ਤਰ੍ਹਾਂ ਜਵਾਬ ਦੇਵਾਂਗੇ। ਔਰ ਹਰ ਇੱਕ ਨੂੰ ਉਹਦਾ ਜਵਾਬ ਸਵਾਲ ਸਾਨੂੰ ਲਿਖਣਾ ਚਾਹੀਦਾ, ਜਿੰਨਾ ਚਿਰ ਤੁਸੀਂ ਦੱਸੋਗੇ ਨਹੀਂ, ਸਾਰੇ ਸੁਣਨ ਵਾਲਿਆਂ ਨੂੰ ਮੈਂ ਕਹਿੰਦਾ ਤੁਸੀਂ ਦੱਸੋਗੇ ਨਹੀਂ ਸਾਨੂੰ ਪਤਾ ਨਹੀਂ ਲੱਗੂਗਾ। ਪਲੀਜ਼ ਸਾਰਿਆਂ ਨੂੰ ਰਿਕੁਐਸਟ ਫੇਰ ਕਰਦਾ ਕਿ ਈਮੇਲ ਕਰਕੇ ਸਾਨੂੰ, ਜਾਂ ਆਪਣੇ ਕਿਸੇ ਨਾ ਕਿਸੇ ਨੂੰ, ਜੇ ਤੁਸੀਂ ਨਹੀਂ ਵੀ ਇੰਟਰਨੈਟ ਤੇ ਜਾਂਦੇ ਤਾਂ ਤੁਸੀਂ ਕਿਸੇ ਨਾ ਕਿਸੇ ਨੂੰ ਇਹ ਆਪਣੇ ਬੱਚਿਆਂ ਨੂੰ ਜਾਂ ਕਿਸੇ ਨੂੰ ਕਹਿ ਕੇ canada.ca ਤੇ ਜਾਓ ਤੇ ਉੱਥੇ ਇਹ ਸਾਰੀ ਇਨਫੋਰਮੇਸ਼ਨ ਉੱਥੋਂ ਮਿਲ ਜਾਂਦੀ ਹੈ। ਤੇ ਇਹ ਜਿਹੜੀ ਆਪਣੇ ਅਪਲਾਈ ਕਰਨਾ ਜੀ, ਜਿਵੇਂ 에ਅਰਲਾਈਨ ਦੇ ਵਿੱਚ, ਉਹ ਕਿਹੜੀ ਵੈਬਸਾਈਟ ਦੇ ਉੱਪਰ ਕਰਨਾ, ਉਹਦੇ ਬਾਰੇ ਕੁਝ ਨੌਲੇਜ ਹੈ ਜੀ ਜਿਹਦੇ ਵਿੱਚੋਂ ਜਾ ਕੇ ਕਿ ਜਾਂ ਜਿਹੜੇ ਅਨਪੜ੍ਹ ਆ ਜਾਂ ਬਜ਼ੁਰਗ ਨੇ ਜਿਨ੍ਹਾਂ ਨੂੰ ਨਹੀਂ ਪਤਾ ਜੀ ਅਸੀਂ ਕਿੱਦਾਂ ਇਹ ਚੀਜ਼ ਕਰਨੀ ਆ, ਵੀ ਉਹ ਕਿਸ ਵੈਬਸਾਈਟ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਆ? ਕਿਉਂਕਿ ਕਈਆਂ ਨੂੰ ਰਜਿਸਟਰ ਨਹੀਂ ਜੀ ਕਰਨਾ ਆਉਂਦਾ, ਉਹ ਕਹਿੰਦੇ ਕੋਈ ਫੋਨ ਨੰਬਰ ਜਾਂ ਕੋਈ ਇਦਾਂ ਦਾ ਹੋਵੇ। ਇਹਦੇ ਬਾਰੇ ਕੁਝ ਜਾਣਕਾਰੀ ਦਿਓ ਜੀ। ਇਹ ਬਹੁਤ ਵੱਡੀ ਦਿੱਕਤ ਹੈ ਜੀ, ਤੁਹਾਡੀ ਗੱਲ ਠੀਕ ਹੈ ਗਰੇਵਾਲ ਸਾਹਿਬ, ਕਈਆਂ ਨੂੰ ਪ੍ਰੋਬਲਮ ਆਉਂਦੀ ਹੈ ਕਿਉਂਕਿ ਇਹ ਜਿਹੜਾ ਹੈਗਾ ਜਿਹੜੇ ਬਹੁਤੇ ਕੰਟੈਂਟ ਨਹੀਂ ਹੈਗੇ ਇੰਟਰਨੈਟ ਦੇ ਨਾਲ, ਉਹਨਾਂ ਨੂੰ ਪ੍ਰੋਬਲਮ ਤੇ ਆਉਂਦੀ ਆ। ਪਰ ਇਹਦੀ ਗੱਲ ਇੱਕੋ ਇੱਕ ਆ ਕਿ canada.ca ਤੇ ਕਿਸੇ ਬੱਚੇ ਨੂੰ ਫੜ ਕੇ ਕਹੋ, ਉੱਥੇ ਜਾ ਕੇ ਫਰਦਰ ਤੁਹਾਨੂੰ ਲੈ ਜਾਵਾਂਗਾ canada.ca ਤੇ, ਸਭ ਕੁਝ ਆ, ਬਹੁਤ ਈਜ਼ੀ ਆ। ਪਰ ਜੇ ਤੁਸੀਂ ਨਹੀਂ ਕਰ ਸਕਦੇ ਨਾ, ਤੁਹਾਡੇ ਲਈ ਸੌਖਾ ਪਤਾ ਕੀ ਆ, ਜਾਂ ਤਾਂ ਫੋਨ ਚੱਕੋ, ਫੋਨ ਘੁਮਾਓ ਤੇ ਕੈਨੇਡਾ ਨੂੰ ਜੀ। ਅੱਜ ਕੱਲ ਦਾ ਕਾਸਟ ਵੀ ਹੈ ਨਹੀਂ ਬਹੁਤੀ, 9057909211 ਟਾਈਮ ਦੇ ਹਿਸਾਬ ਨਾਲ ਦੇਖ ਕੇ, ਜੇ ਨਹੀਂ ਵੀ ਤੁਹਾਨੂੰ ਤਾਂ ਤੁਸੀਂ ਮੈਸੇਜ ਜ਼ਰੂਰ ਛੱਡ ਦਿਓ, ਤੁਹਾਨੂੰ ਕਾਲ ਜ਼ਰੂਰ ਵਾਪਸ ਆਊਗੀ। ਉਹ 'ਚ ਪੰਜਾਬੀ 'ਚ ਮੈਸੇਜ ਛੱਡੋ, ਹਿੰਦੀ 'ਚ ਛੱਡੋ, ਜਿਹੜੀ ਵੀ ਲੈਂਗੁਏਜ ਤੁਹਾਡਾ ਦਿਲ ਕਰਦਾ। ਆਪਣੀ ਇੰਡੀਆ ਦੇ ਸਾਰੇ ਆਪਣੇ ਇੱਥੇ ਹੈਗੇ ਸਾਡੇ ਕੋਲ, ਉਹਨਾਂ ਨੂੰ ਉਸ ਹਿਸਾਬ ਨਾਲ ਤੁਸੀਂ ਦੱਸੋ, ਉਹਨਾਂ ਨੂੰ ਅਸੀਂ ਤੁਹਾਨੂੰ ਜਵਾਬ ਵਾਪਸ ਦੇਵਾਂਗੇ। ਆਪਣੇ ਹੱਲ, ਤੁਹਾਡਾ ਮੁੱਦਾ ਕੀ ਹੈਗਾ ਉਹ ਵਿੱਚ ਮੈਸੇਜ ਛੱਡ ਦਿਓ, ਤੇ ਜੇ ਹੋ ਸਕਦਾ ਤਾਂ ਕੋਸ਼ਿਸ਼ ਕਰੋ canada.ca ਤੇ ਜਾ ਕੇ ਉੱਥੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਤੇ ਸੰਗਤ ਸਾਹਿਬ, ਜੇ ਆਪਾਂ ਗੱਲ ਕੀਤੀ ਜਾਵੇ ਆਪਣੀ ਕਮਿਊਨਿਟੀ ਬਾਰੇ, ਜਿਵੇਂ ਆਪਣੇ ਪੰਜਾਬੀ ਭਾਈਚਾਰਾ ਹੋ ਗਿਆ, ਚਾਹੇ ਉਹ ਵੱਧ ਚੜ ਕੇ ਇੱਥੇ ਹੋਵੇ ਜੀ ਤੇ ਚਾਹੇ ਇੱਥੇ ਹੋਵੇ, ਅਸੀਂ ਅਨੇਕਾਂ ਹੀ ਲੰਗਰ ਲਾਉਨੇ ਆ, ਅਨੇਕਾਂ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ 24 ਘੰਟੇ ਬਾਬੇ ਨਾਨਕ ਦੇ 13 ਜੇ ਆਪਾਂ ਤੋਲੀਏ ਉਹਨਾਂ ਦਾ 20 ਰੁਪਏ ਦਾ ਜਿਹੜਾ ਅੱਜ ਵੀ ਉਹ ਸਾਰੇ ਪਾਸੇ ਜੀ ਚੱਲਦਾ ਹੈ, ਉਹਦੇ ਬਾਰੇ ਤੁਸੀਂ ਦੱਸੋ ਵੀ ਜਿਹੜੀ ਹੈਲਪ ਕਰਦੇ ਆ, ਜਿਵੇਂ ਇੰਟਰਨੈਸ਼ਨਲ ਸਟੂਡੈਂਟ ਹੋ ਗਏ ਜਾਂ ਦੂਜੇ ਹੋ ਗਏ, ਕਿਉਂਕਿ ਇਹ ਜਿਹੜੀ ਹੈਲਪ ਕੈਨੇਡੀਅਨ ਗਵਰਨਮੈਂਟ ਨੇ ਦਿੱਤੀ ਹੈ ਸਿਰਫ ਉਹੀ ਲੈ ਸਕਦਾ ਜਿਹਨੇ ਆਵਰਲੀ ਕੰਮ ਕੀਤਾ ਹੋਵੇ ਜਾਂ ਪਿਛਲੇ ਸਾਲ ਜਿਹੜੇ $5000 ਤੋਂ ਵੱਧ ਕੰਮ ਕੀਤਾ ਹੋਵੇ ਉਹ, ਕਿਉਂਕਿ ਕਈ ਬੱਚੇ ਹਲੇ ਇੱਥੇ ਆ ਜਿਨ੍ਹਾਂ ਦੀਆਂ ਗੱਡੀਆਂ ਦੀਆਂ ਕਿਸ਼ਤਾਂ ਲਾ ਲਓ ਜੀ, ਰੈਂਟ ਲਾ ਲਓ, ਜਾਂ ਉਹਨਾਂ ਦੇ ਖਾਣ ਪੀਣ ਦਾ ਹੀ ਲਾ ਲਓ, ਗਰੋਸਰੀ ਦਾ। ਉਹਦੇ ਬਾਰੇ ਕੁਝ ਜਾਣਕਾਰੀ ਦਿਓ ਵੀ ਉਹ, ਜਾਂ ਮੈਡੀਕਲ ਸਹੂਲਤ ਹੀ ਉਹਨਾਂ ਨੇ ਕੋਈ ਜੇ ਲੈਣੀ ਆ, ਉਹਨਾਂ ਨੂੰ ਉਹ ਕਿੱਥੋਂ ਹੈਲਪ ਪ੍ਰਾਪਤ ਕਰ ਸਕਦੇ ਕੈਨੇਡਾ ਦੇ ਵਿੱਚ ਰਹਿ ਕੇ ਜੀ? ਉਹਨਾਂ ਕੋਲ ਸਾਰਾ ਹੈਗਾ ਜੀ ਇੰਤਜ਼ਾਮ। ਵੈਸੇ ਦੇਖਿਆ ਜਾਵੇ ਤਾਂ ਜਿਹੜਾ ਤੁਸੀਂ ਸੋਚਦੇ ਹੀ ਆ ਇੱਥੇ ਵੀ ਉਹਨਾਂ ਨੂੰ ਕੋਈ ਹੈ ਨਹੀਂ ਗੀ, ਸਭ ਨੂੰ ਕੋਈ ਨਾ ਕਿਸੇ ਤਰ੍ਹਾਂ ਕੁਛ ਨਾ ਕੁਛ ਹਰ ਇੱਕ ਨੂੰ ਮਿਲਿਆ ਆ ਜਿਹੜਾ ਉਹਦੇ ਲਾਈਫ ਲਈ ਠੀਕ ਚੱਲਦਾ ਆ। ਪਰ ਉਸ ਤੋਂ ਇਲਾਵਾ ਇੱਥੇ ਵੀ NGOs ਹੈਗੀਆਂ ਜਿਹੜੀਆਂ ਬਹੁਤ ਕੰਮ ਕਰ ਰਹੀਆਂ ਜੀ, ਬਹੁਤ NGOs ਹੈਗੀਆਂ ਜਿਹੜੀਆਂ ਇਸੇ ਕੰਮ 'ਚ ਫੂਡ ਸੇਵਾ 'ਚ ਤੇ ਜਾਂ ਹੋਰ ਆਪਣੇ ਮੇਰੀ ਰਾਈਟਿੰਗ ਦੇ ਵਿੱਚ ਹੀ ਲਾ ਲਓ ਜੀ, ਇੱਕ ਨਾਈਸ ਟੇਬਲ ਹੈ ਉੱਥੇ, ਮੇਰਾ ਗੱਲ ਇਫ ਆਈ ਐਮ ਨਾਟ ਰੋਂਗ, ਹਜ਼ਾਰਾਂ ਤੋਂ ਉੱਤੇ ਰੋਜ਼ ਦੇ ਉੱਥੇ ਫੂਡ ਉਹਨਾਂ ਦਾ ਜਾਂਦਾ ਜੀ ਉੱਥੋਂ ਪੈਕ ਹੋ। ਹੋਰ ਕਈ ਇੱਕ ਇਹ ਨਹੀਂ, ਹੋਰ ਆਰਗੇਨਾਈਜੇਸ਼ਨ ਆਪਣੀ ਫੂਡ ਸੇਵਾ ਬੈਂਕ ਹੈਗੀ ਇੱਕ, ਆਪਣੇ ਪੰਜਾਬੀ ਕਮਿਊਨਿਟੀਆਂ ਦੀਆਂ ਕਈ ਚੰਗੀਆਂ ਹੈਗੀਆਂ ਜਿਹੜੀਆਂ ਇਹ ਸੇਵਾ ਕਰ ਰਹੀਆਂ ਇਸ ਵੇਲੇ। ਔਰ ਉਹਨਾਂ ਨੇ ਤਾਂ ਕਾਲਾਂ ਰੱਖੀਆਂ ਜੀ, ਕਈ ਰੇਡੀਓ ਟੀਵੀਆਂ ਵਾਲੇ
ਉਹਨਾਂ ਨੇ ਵਿੱਚ ਆਪਣਾ ਨਾਂ ਦੇ ਕੇ ਕਿ ਤੁਸੀਂ ਇਹ ਸਾਨੂੰ ਕਾਲ ਕਰੋ, ਅਸੀਂ ਤੁਹਾਡੇ ਘਰ ਸਪਲਾਈ ਕਰਾਂਗੇ। ਇੱਦਾਂ ਦਾ ਕੰਮ ਰੱਖਿਆ ਆ। ਗੁਰਦੁਆਰਿਆਂ ਤੋਂ ਬੜੀ ਸੇਵਾ ਆ ਰਹੀ ਆ ਉਹਨਾਂ ਨੂੰ, ਉਹ ਸਾਰੇ ਕਰਕੇ ਤਾਂ ਅੱਗੇ ਤੋਂ ਅੱਗੇ ਉਹ ਜਾਂਦਾ ਹੈ ਜੀ। ਗੁਰਦੁਆਰੇ ਵਿੱਚ ਲੱਗਿਓ ਆ, ਇੱਦਾਂ ਹੈ ਨਹੀਂ ਗਾ ਕੋਈ ਵੀ ਕਿ ਵੈਸੇ ਤਾਂ ਇਹ ਉੱਦਾਂ ਹੀ ਲੋਕੀ ਆਪਣੇ ਤੌਰ ਤੇ ਵੀ ਕਾਫੀ ਠੀਕ ਬੈਠੇ ਆ, ਪਰ ਇਹ ਵੀ ਕੰਮ ਬਹੁਤ ਚੱਲ ਰਿਹਾ ਇੱਥੇ। NGOs, ਗੁਰਦੁਆਰੇ, ਚੈਰੀਟੇਬਲ ਸਾਰੇ ਲੱਗੇ ਹੋ ਜੀ ਵਿੱਚ, ਆਪਣਾ ਆਪਣਾ ਜਿੰਨਾ ਯੋਗਦਾਨ ਹੁੰਦਾ ਵਲੰਟੀਅਰਸ ਤੌਰ ਤੇ ਕੰਮ ਕਰ ਰਹੇ ਆ। ਸੰਘਾ ਸਾਹਿਬ, ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ ਜੀ ਵੀ ਜਿਹੜੀਆਂ 에ਅਰਲਾਈਨਸ ਨੇ ਉਹ ਤੁਸੀਂ ਕਹਿੰਦੇ ਹੋ ਵੀ ਚੌਥੇ ਗੇੜ ਦੇ ਵਿੱਚ ਆਪਣੀਆਂ ਆ ਗਈਆਂ ਨੇ, ਤੇ ਇਹ ਸਿਰਫ ਮਈ ਮਹੀਨੇ ਦੇ ਵਿੱਚ ਹੀ ਜਾਣੀਆਂ ਕਿ ਅਗਲੇ ਮਹੀਨੇ ਤੱਕ ਵੀ ਚੱਲਦੀਆਂ ਰਹਿਣਗੀਆਂ ਜੀ? ਇਹ ਚੱਲਦੀਆਂ ਰਹਿਣੀਆਂ ਜੀ ਇੱਦਾਂ ਹੀ। ਅਗਾਂਹ ਅਗਲਾ ਪੜਾਅ ਸ਼ੁਰੂ ਹੋ ਜਾਊਗਾ ਪੰਜਵਾਂ, ਤੇ ਇਹ ਇੱਦਾਂ ਹੀ ਚੱਲਦਾ ਰਹੂਗਾ ਜੀ। ਇਹ ਆਪਾਂ ਦੇਖਿਆ ਜਾਵੇ ਤੇ ਇਹ ਜਿੰਨਾ ਚਿਰ ਖਤਮ ਨਹੀਂ ਹੁੰਦਾ ਸਾਰਾ ਉੱਥੋਂ ਸਾਰਿਆਂ ਨੂੰ ਲਿਆਉਣਾ। ਹੁਣ ਤਾਂ ਵੈਸੇ ਲੋਕਾਂ ਦੀ ਬਹੁਤੀ ਆਪਣੀ ਚੁਆਇਸ ਬਹੁਤ ਹੋ ਗਈ ਆ ਜੀ। ਕਈ ਤਾਂ ਜਿਹੜੇ ਇਸ ਤਰ੍ਹਾਂ ਦੇ ਆ ਜਿਹੜੇ ਘਰਾਂ 'ਚ ਬੈਠੇ ਆ ਜੀ, ਉਹ ਚਾਹੁੰਦੇ ਨਹੀਂ ਹੈ ਕਿ ਅਸੀਂ ਹਲੇ ਜਾਈਏ, ਬੈਠੇ ਆ ਆਰਾਮ ਨਾਲ, ਡਰ ਦਾ ਮਾਹੌਲ ਕਹਿ ਲਈਏ ਜੀ ਆਪਾਂ, ਟਿਕਾਣੇ ਤੇ ਬੈਠੇ ਆ, ਪਤਾ ਨਹੀਂ ਕਿੱਦਾਂ ਦੀ ਆਉਣੀ। ਟਿਕਟਾਂ ਆਪਣੀਆਂ ਹੈਗੀਆਂ, ਜਿੱਦਣ ਖੁੱਲੂ ਉਹਨਾਂ ਟਿਕਟਾਂ ਤੇ ਜਾਵਾਂਗੇ। ਕਈ ਤਰ੍ਹਾਂ ਦੀਆਂ ਜੀ, ਹਰ ਇੱਕ ਦੀ ਆਪਣੀ ਆਪਣੀ ਚੁਆਇਸਿਸ ਹੈਗੀਆਂ। ਤੇ ਹੁਣ ਉਹ ਅੱਗੇ ਵਾਲੀ ਕਾਹਲੀ ਹੈ ਨਹੀਂ ਗੀ ਸਾਰੀ। ਇਹ ਹੱਲੇ ਵੀ ਜਿਹਨੂੰ ਲੋੜ ਹੋਵੇ, ਜੇ ਕਿਸੇ ਨੂੰ ਕੋਈ ਵਲਨਰੇਬਲ ਬੰਦਾ ਹੈਗਾ ਜਾਂ ਉਹਨੂੰ ਲੋੜਵੰਦ ਆ ਜਾਂ ਉਹਦੀ ਕੰਪੈਸ਼ਨ ਗਰਾਊਂਡ ਬਣਦੀ ਆ, ਤਾਂ ਮੈਂ ਚਾਹੂੰਗਾ ਕਿ ਉਹ ਪਹੁੰਚ ਕਰਨ ਕੈਨੇਡੀਅਨ ਮਿਸ਼ਨ ਨੂੰ। ਇਹ ਜ਼ਰੂਰ ਆ ਕਿ ਉੱਥੇ ਤੁਹਾਡੀ ਸੁਣੀ ਜਾਊਗੀ। ਨਹੀਂ ਵੀ ਆ ਤਾਂ ਸਾਨੂੰ ਈਮੇਲ ਕਰੋ, ਆਪਾਂ ਤੁਹਾਨੂੰ ਦੇਖਾਂਗੇ ਉਹਦੇ ਵਿੱਚ। ਪਰ ਉਹ ਰਸ਼ ਨਹੀਂ ਹੈ ਜੀ, ਉਹ ਚੀਜ਼ ਨਹੀਂ ਆ ਹੁਣ ਜਿੱਦਾਂ ਪਹਿਲਾਂ ਇਦਾਂ ਹੁੰਦਾ ਪਤਾ ਨਹੀਂ ਕੀ ਹੋ ਜਾਣਾ, ਮੈਂ ਵੀ ਜਾਵਾਂ, ਮੈਂ ਵੀ ਕਰਾਂ। ਹੁਣ ਲੋਕੀ ਨਾ ਜੀ, ਮੇਰੇ ਆਪਣੇ ਰਿਸ਼ਤੇਦਾਰ ਇੱਥੇ ਪੱਕੇ ਬੈਠੇ ਆ, ਉਹ ਕਹਿੰਦੇ ਕੋਈ ਨਹੀਂ ਆ ਜਾਵਾਂਗੇ ਅਸੀਂ, ਕਿਹੜੀ ਗੱਲ ਆ। ਕੋਈ ਏਦਾਂ ਦੀ ਮੇਰੇ ਆਪਣੇ ਪਿੰਡ ਦੇ ਵਿੱਚ ਆ ਜੀ, ਘੱਟੋ ਘੱਟ ਅਸੀਂ ਇੱਕ ਗਿਣਦੇ ਸੀ ਬੈਠੇ, ਘੱਟੋ ਘੱਟ ਨਹੀਂ ਇਸ ਵੇਲੇ 16-17 ਬੰਦੇ ਬੈਠੇ ਆ ਜੀ। ਤੇ ਇਹ ਟੱਬਰ ਆ ਜੀ, ਉਹ ਕਿਉਂਕਿ ਉਹਨਾਂ ਦਾ ਹਲੇ ਮਨ ਹੀ ਨਹੀਂ ਆਉਣ ਦਾ। ਕਹਿੰਦੇ ਕੋਈ ਨਹੀਂ, ਚਲਾਂਗੇ ਹੌਲੀ ਹੌਲੀ, ਕਿਉਂਕਿ ਬੰਦਾ ਸੇਫ ਦੇਖਦਾ ਜੀ, ਕਹਿੰਦਾ ਵੀ ਸੇਫ ਹੋ ਜਾਵੇ ਫੇਰ ਹੀ। ਮੈਨੂੰ ਖੁਸ਼ੀ ਗਰੇਵਾਲ ਸਾਹਿਬ ਇਹ ਹੁੰਦੀ ਆ ਕਿ ਜਿਹੜੀ ਹੈ ਨਾ ਇੱਥੇ ਦੀਆਂ ਗੌਰਮੈਂਟ ਆ ਜੀ, ਜਿੱਦਾਂ ਖਾਸ ਤੌਰ ਤੇ ਪੰਜਾਬ ਗੌਰਮੈਂਟ ਹੈ, ਕੈਪਟਨ ਸਾਹਿਬ ਦਾ ਇਸ ਗੱਲ 'ਚ ਦੀਦ ਦਿੰਦੇ ਆ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਉਹਨੀ ਜਿਹੜੇ ਕੈਨੇਡੀਅਨਸ ਅਬਰੋਡ ਰਹਿੰਦੇ ਆ ਨਾ, ਉਹਨਾਂ ਦੀ ਹੈਲਪ ਕੀਤੀ ਆ ਜੀ। ਔਰ ਉੱਥੇ ਦੇ ਲੋਕਾਂ ਨੇ ਵੀ ਨਾਲ ਹੋ ਕੇ ਬਹੁਤ ਕੀਤਾ। ਪਹਿਲਾਂ ਇੱਕ ਦੋ ਛਿੱਟਪੁੱਟ ਗੱਲਾਂ ਹੋਈਆਂ ਸੀਗੀਆਂ, ਜਿੱਦਾਂ ਛੋਟੀ ਮੋਟੀ ਪਈ ਤੁਸੀਂ ਜੀ ਲੈ ਆਏ ਆ, ਇਹ ਬਾਹਰੋਂ ਹੀ ਆਉਂਦਾ ਆ, ਇਹ ਬਾਹਰੋਂ ਲੈ ਕੇ ਆਏ ਆ ਕਰੋਨਾ। ਇਹ ਖੈਰ ਉਹ ਲੋਕਾਂ ਜਿਹੜੇ ਮੀਡੀਆ, ਉਹੀ ਮੈਂ ਦੱਸਦਾ, ਜਿਹੜੇ ਏਦਾਂ ਦਾ ਹੈਗਾ ਮੀਡੀਆ ਕਾਹਦਾ ਆ ਉਹ ਜੀ, ਫੇਸਬੁੱਕਾਂ ਤੇ ਜਾਂ ਦੂਜੇ ਜਿਹੜੇ ਆਹ YouTube ਆ, ਉਹ ਉੱਦਾਂ ਦੇ ਛੋਟੇ ਜਿਹੜੇ ਆ, ਉਹਨਾਂ ਨੇ ਉਹ ਚੱਕੀਆਂ ਗੱਲਾਂ ਕਿ ਹਾਂਜੀ ਉਹਦੇ ਨਾਲ ਪਤਾ ਕੀ ਐਟਮੋਸਫੀਅਰ ਖਰਾਬ ਹੁੰਦਾ ਲੋਕਾਂ ਦਾ ਜੀ। ਮੈਂ ਦੇਖਦਾ ਪਿਛਲੇ ਮਹੀਨੇ ਤੋਂ ਇੰਨਾ ਸੋਹਣਾ ਆ ਕਿ ਇੱਕ ਤਰ੍ਹਾਂ ਦਾ ਬੜੀ ਸੋਹਣੀ ਹਵਾ ਆਉਂਦੀ ਉੱਥੋਂ, ਠੰਡੀ ਹਵਾ, ਕਿ ਅਸੀਂ ਜੀ ਬੜੇ ਖੁਸ਼ ਆ ਇੱਥੇ, ਕੋਈ ਗੱਲ ਹੀ ਨਹੀਂ, ਆਵਾਂਗੇ, ਆ ਜਾਂਦੇ ਆ, ਕੋਈ ਕਾਹਲੀ ਨਹੀਂ। ਪਰ ਜੋ ਹੁਣ ਜਿਹਦੇ ਬਿਜ਼ਨਸ ਖੁੱਲ ਰਹੇ ਆ, ਕੰਮ ਖੁੱਲ ਰਹੇ ਆ, ਹੁਣ ਹੌਲੀ ਹੌਲੀ ਫਿਰ ਲੋਕਾਂ ਦੇ ਮਨ ਬਣਨ ਲੱਗ ਪਿਆ, ਚਲੋ ਵੀ ਚੱਲੀਏ। ਕਿਉਂਕਿ ਲੋਕ ਜਿਵੇਂ ਤੁਹਾਡੇ ਕਹਿਣਗੇ ਸੋਸ਼ਲ ਮੀਡੀਆ ਜੀ, ਇਹਦੇ ਵਿੱਚ ਚੰਗਾ ਵੀ ਬਹੁਤ ਅਤੇ ਮਾੜਾ ਵੀ ਬਹੁਤ ਆ, ਕਿਉਂਕਿ ਅਫਵਾਹਾਂ ਤੋਂ ਬਚਣਾ ਚਾਹੀਦਾ। ਤੇ ਸੰਘਾ ਸਾਹਿਬ, ਇਹ ਜਿਹੜੀ ਆਪਾਂ ਪਹਿਲਾਂ ਵੀ ਜਿਵੇਂ ਗੱਲ ਕੀਤੀ, ਹੁਣ ਫਿਰ ਉਹੀ ਦੁਬਾਰਾ ਪੁੱਛ ਰਹੇ, ਜਿਹੜੇ ਇਹ ਜਿਵੇਂ ਮੰਨ ਲਓ ਕਿਸੇ ਕੋਲੇ ਟਿਕਟ ਦਾ ਪੈਸਾ ਨਹੀਂ ਹੈ ਜੀ, ਪਰ ਉਹ ਆਉਣਾ ਚਾਹੁੰਦਾ, ਜਿਹੜਾ $5000 ਆ ਉਹ ਵੀ ਕੈਨੇਡੀਅਨ ਜਿਹੜੀ CRA ਆ ਉਹਦੀ ਵੈਬਸਾਈਟ ਤੇ ਜਾ ਕੇ ਅਪਲਾਈ ਕਰਨਾ ਪਏਗਾ ਜੀ? ਉੱਥੇ ਜੀ CRA ਨਹੀਂ, Canada.ca ਤੇ ਜੀ, ਹਾਂ, ਉਹਦੇ ਤੇ ਜਾ ਕੇ ਅਪਲਾਈ ਕਰੋ, ਉੱਥੋਂ ਹੀ ਹੋ ਜਾਂਦਾ ਸਿੱਧਾ ਜੀ ਅਪਲਾਈ। ਉਹ ਤੁਹਾਨੂੰ ਬੜਾ ਈਜ਼ੀ ਆ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਉਹ ਤਾਂ ਪਹਿਲੇ ਦਿਨ ਤੋਂ ਹੀ ਉਹ ਪਹਿਲਾਂ ਹੀ ਅਨਾਉਂਸਮੈਂਟ ਪਹਿਲੇ ਦਿਨ ਤੋਂ ਹੀ ਕਰ ਦਿੱਤੀ ਸੀ, ਜਿੱਦਣ 2000 ਅਨਾਉਂਸ ਕੀਤਾ, ਨਾਲ ਹੀ ਇਹ ਕਰਤਾ ਸੀ ਵੀ ਜਿਹੜੇ ਬਾਹਰ ਬੈਠੇ ਆ, ਜਿਹਨੂੰ ਕੋਈ ਪੈਸਾ ਹੈ ਨਹੀਂ ਤਾਂ ਆਪਣਾ ਲੋਨ $5000 ਮਿਲ ਲੈਣਾ, ਔਰ ਬਹੁਤ ਈਜ਼ੀ ਆ ਵੇ, ਉਹ ਜਿਹੜਾ ਮਰਜ਼ੀ ਲੈ ਸਕਦਾ। ਹੁਣ ਤੇ ਲੋਕੀ ਉੱਧਰ ਨੂੰ ਜਾਂਦੇ ਨਹੀਂ ਜੀ, ਬਹੁਤ ਘੱਟ ਆ। ਹਲੇ ਵੀ ਇਹਨੂੰ ਲੋੜ ਹੈਗੀ ਆ, ਉੱਥੇ Canada.ca ਤੇ ਜਾ ਸਕਦੇ। ਕਿਉਂਕਿ ਕਈ ਲੋਕ ਫੈਮਲੀਆਂ ਦੇ ਨਾਲ ਆ ਜੀ, ਜਿਨ੍ਹਾਂ ਦੇ 2-2 3-3 ਬੱਚੇ ਨੇ, ਉਹ ਬੰਦਾ ਸੋਚਦਾ ਵੀ $3000 ਦੀ ਟਿਕਟ ਆ, ਬੰਦਾ ਕੈਲਕੂਲੇਟ ਕਰਦਾ ਵੀ 12-15 ਬਣਦਾ, ਫਿਰ ਉਹ ਕਈ ਵਾਰੀ ਆਉਣਾ ਚਾਹੁੰਦਾ, ਪਰ ਜੀ ਇਸ ਗੱਲ ਨੂੰ ਲੈ ਕੇ ਝਿਜਕ ਜਾਂਦਾ, ਕਿਉਂਕਿ ਇੱਕ ਤਾਂ ਅਗਲਾ ਪਹਿਲੇ ਇੰਡੀਆ 'ਚ ਬੈਠਾ, ਤੁਹਾਨੂੰ ਪਤਾ, ਉਹ ਇਸ ਕਰਕੇ ਉਹਦੇ ਵਿੱਚ ਜ਼ਿਆਦਾ ਲੋਕ ਉਹਨੂੰ ਜ਼ਿਆਦਾ ਮਤਲਬ ਉਹਦੇ ਲਈ ਮਹੱਤਤਾ ਉਹਦੀ ਦੇ ਰਿਹਾ, ਕਿਉਂਕਿ ਉਹ ਚਾਹੁੰਦੇ ਨੇ ਵੀ ਸਾਨੂੰ ਚਲੋ ਕਿਸੇ ਤਰੀਕੇ ਨੇ ਕਿ ਅਸੀਂ ਆਪਣੀ ਕੰਟਰੀ 'ਚ ਜਾ ਕੇ ਬੈਠੀਏ ਤਾਂ ਕਿ ਸਾਡੀ ਵੱਧ ਤੋਂ ਵੱਧ ਹੈਲਪ ਹੋ ਸਕੇ ਜੀ।
ਹਾਂਜੀ ਹਾਂਜੀ। ਤੇ ਆਪ ਆਪਣੇ ਆਪਣੇ ਹਾਂਜੀ ਜੀ। ਸੋ ਸੰਗਾ ਸਾਹਿਬ, ਟਾਈਮ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਜੀ, ਤੇ ਅਖੀਰ ਦੇ ਵਿੱਚ ਜੇ ਤੁਸੀਂ ਆਪਣੇ ਕੰਨਿਓ ਕੋਈ ਅਪੀਲ ਕਰਨਾ ਚਾਹੋ ਕੈਨੇਡੀਅਨਸ ਲਈ, ਸੋ ਕਹਿ ਸਕਦੇ ਹੋ ਜੀ। ਮੇਰੇ ਵੱਲੋਂ ਇਹੀ ਆ ਜੀ, ਸਾਰਿਆਂ ਨੂੰ ਜਿੰਨੇ ਕੈਨੇਡਾ ਅਬਰੋਡ ਰਹਿੰਦੇ ਇੱਥੇ, ਉਹਨਾਂ ਨੂੰ ਸਾਰਿਆਂ ਨੂੰ ਇਹੀ ਅਪੀਲ ਆ ਕਿ ਵਾਪਸ ਆ ਜਾਓ। ਵਾਪਸ ਆਉਣਾ ਬਹੁਤ ਜ਼ਰੂਰੀ ਆ, ਛੇਤੀ ਤੋਂ ਛੇਤੀ ਆਉਣਾ ਹੈ। ਪ੍ਰਾਈਮ ਮਿਨਿਸਟਰ ਸਾਹਿਬ ਨੇ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਕਿ ਤੁਹਾਡਾ ਬਾਹਰ ਕੋਈ ਕੰਮ ਨਹੀਂ, ਛੇਤੀ ਤੋਂ ਛੇਤੀ ਆਪਣੇ ਆਪਣੇ ਤਰੀਕੇ ਨਾਲ ਜਿੱਦਣ ਆ ਜਾਓ। ਉਦੋਂ ਫਲਾਈਟਾਂ ਖੁੱਲੀਆਂ ਸੀ ਜੀ, 2-2.5 ਹਫ਼ਤੇ ਤੱਕ ਖੁੱਲੀਆਂ ਚੱਲਦੀਆਂ ਰਹੀਆਂ। 2 ਤਾਂ ਨਹੀਂ, 1.5-2 ਹਫ਼ਤੇ ਚੱਲਦੀਆਂ ਰਹੀਆਂ। ਕਿਸੇ ਨੇ ਕੋਈ ਗੌਰ ਨਹੀਂ ਕੀਤਾ ਉਦੋਂ ਆਉਣ ਦਾ। ਕਈਆਂ ਦੀਆਂ ਫਲਾਈਟਾਂ ਹੈਗੀਆਂ ਸੀ, ਕਈਆਂ ਨੇ ਟਰਾਈ ਵੀ ਕੀਤੀ ਆ, ਕਈਆਂ ਨੇ ਜਾਣ ਕੇ ਉਦੋਂ ਢਿੱਲਾ ਕਰਤਾ ਕੰਮ, ਛੱਡੋ ਪਰੇ ਛੱਡੋ ਪਰੇ। ਉਹ ਹੁਣ ਵੀ ਮੈਂ ਇਹ ਰਿਕੁਐਸਟ ਕਰਦਾ ਕਿ ਤੁਸੀਂ ਛੇਤੀ ਤੋਂ ਛੇਤੀ ਵਾਪਸ ਆਓ, ਕਿਉਂਕਿ ਇੱਥੇ ਆਉਣਾ ਤੁਹਾਡੇ ਬੱਚਿਆਂ ਦੇ ਵਿੱਚ, ਤੁਹਾਡੇ ਆਪਣੇ ਐਜ਼ ਏ ਕੈਨੇਡੀਅਨ ਤੁਹਾਡਾ ਰੋਲ ਇੱਥੇ ਆ ਕੇ ਜਿਹੜਾ ਹੈਗਾ ਤੁਹਾਡਾ ਆਪਣਾ ਆ। ਇਸ ਕਰਕੇ ਤੁਹਾਨੂੰ ਛੇਤੀ ਆ ਜਾਣਾ ਚਾਹੀਦਾ। ਬਾਕੀ ਇਹ ਆ ਕਿ ਜੇ ਇੱਥੇ ਵੀ ਤੁਸੀਂ ਹੈਗੇ ਆ, ਇੱਥੇ ਦੀ ਗੌਰਮੈਂਟ ਦੇ ਅਸੂਲ, ਇੱਥੇ ਦੀ ਗੌਰਮੈਂਟ ਦੇ ਰੂਲਸ ਜਿਹੜੇ ਤੁਸੀਂ ਓਬੇ ਕਰ ਰਹੇ ਚੰਗੀ ਤਰੀਕੇ ਨਾਲ, ਉਸੇ ਤਰ੍ਹਾਂ ਹੀ ਕਰਦੇ ਰਹੋ। ਇਹਨਾਂ ਨੂੰ ਫੋਲੋ ਕਰੋ, ਇਹਨਾਂ 'ਚ ਇੱਕ ਆਪਣੀ ਐਗਜ਼ਾਮਪਲ ਬਣ ਕੇ ਰਹੋ ਕਿ ਤੁਸੀਂ ਕੈਨੇਡੀਅਨ ਆ। ਤੁਸੀਂ ਇੱਥੇ ਤੁਸੀਂ ਲੋਕਾਂ ਦੀ ਹੈਲਪ ਕਿੱਦਾਂ ਕਰ ਸਕਦੇ, ਹੋਰ ਵੀ ਉੱਥੇ ਨੀਡਵਲ ਦੀ ਜਿਹੜਾ ਜਿਹਦੇ ਕੋਲ ਸਮਰਥਾ ਹੈਗੀ ਆ, ਕਰੋ, ਜ਼ਰੂਰ ਕਰਨੀ ਚਾਹੀਦੀ ਆ। ਇਹੀ ਟਾਈਮ ਹੁੰਦਾ ਜਦੋਂ ਇੱਕ ਦੂਜੇ ਨੂੰ ਲੈਣ ਦੇਣ, ਇੱਕ ਦੂਜੇ ਦੇ ਨਾਲ ਹੋ ਕੇ ਚੱਲਣਾ, ਇੱਕ ਦੂਜੇ ਦਾ ਸਾਥ ਦੇਣਾ। ਕਿਸੇ ਵੇਲੇ ਕੋਈ ਲੋੜ ਹੋਵੇ, ਉਹੀ ਗੱਲ ਆ, ਈਮੇਲ ਤੇ ਫੋਨ ਕਰਕੇ ਮੈਨੂੰ ਮੇਰੇ ਦਫ਼ਤਰ ਨੂੰ ਜ਼ਰੂਰ ਦੱਸੋ, ਤਾਂ ਜੋ ਅਸੀਂ ਤੁਹਾਡੀ ਜਿੱਥੇ ਵੀ ਲੋੜ ਹੋਵੇ ਹੈਲਪ ਕਰ ਸਕੀਏ। ਆਪਣੇ ਟੱਬਰਾਂ 'ਚ ਖੁਸ਼ ਰਹੋ, ਇੰਜੋਏ ਕਰੋ, ਜਿੰਨਾ ਘਰ 'ਚ ਰਹਿ ਸਕਦੇ ਘਰ ਦੇ ਅੰਦਰ ਰਹੋ, ਸੋਸ਼ਲ ਡਿਸਟੈਂਸ ਮੇਨਟੇਨ ਕਰੋ। ਇੱਥੇ ਦੇ ਕਾਨੂੰਨ, ਇੱਥੇ ਦਾ ਰੂਲ, ਇੱਥੇ ਦੀਆਂ ਚੀਜ਼ਾਂ ਜਿੱਦਾਂ ਜਿੱਦਾਂ ਕਹਿੰਦੇ ਆ ਉੱਦਾਂ ਹੀ ਫੋਲੋ ਕੀਤੀਆਂ ਜਾਣ। ਇਹੀ ਮੇਰੀ ਸਾਰਿਆਂ ਨੂੰ ਅਖੀਰ ਤੇ ਦਰਖਾਸਤ ਹੈ। ਸੋ ਸੰਗਾ ਸਾਹਿਬ, ਡੇਲੀ ਪੋਸਟ ਪੰਜਾਬੀ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ। ਡੇਲੀ ਪੋਸਟ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਲੋਕਾਂ ਨੂੰ ਰੂਬਰੂ ਕਰਕੇ ਸਾਰਿਆਂ ਨੂੰ ਪਤਾ ਲੱਗਦਾ ਹੈ, ਇੱਕ ਦੂਜੇ ਨੂੰ ਸੁਨੇਹਾ ਸੋਹਣਾ ਪਹੁੰਚਦਾ। ਤੁਸੀਂ ਬਹੁਤ ਵਧੀਆ ਰੋਲ ਪਲੇ ਕਰ ਰਹੇ ਆ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਇਸ ਕਰਕੇ ਇੱਕ ਅਖੀਰ 'ਚ ਮੈਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਬਰੈਂਪਟਨ ਸੈਂਟਰ ਤੋਂ MP ਰਮੇਸ਼ਵਰ ਸੰਘਾ, ਜਿਨ੍ਹਾਂ ਨੇ ਸਾਨੂੰ ਕੈਨੇਡਾ ਦੇ ਵਿੱਚ ਹੋ ਰਹੀਆਂ ਗਤੀਵਿਧੀਆਂ ਔਰ ਜਿਹੜੇ NRI ਇੱਥੇ ਫਸ ਕੇ ਰਹਿ ਗਏ ਨੇ, ਸਟਕ ਹੋ ਗਏ ਨੇ, ਉਹਨਾਂ ਨੇ ਕਿੱਦਾਂ ਇੱਥੋਂ ਉੱਥੇ ਜਾਣਾ, ਕਿਵੇਂ ਫਲਾਈਟਾਂ ਲੈਣੀਆਂ, ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸੋ ਉਮੀਦ ਹੈ ਤੁਹਾਨੂੰ ਇਹ ਸਾਡਾ ਉਪਰਾਲਾ ਪਸੰਦ ਆਏਗਾ। ਸੋ ਕੈਮਰਾਮੈਨ ਦੇਸ਼ਰਾਜ ਆਸ਼ੂ ਦੇ ਨਾਲ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ, ਲੁਧਿਆਣਾ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।